ਵਾਹਿਗੁਰੂ। ਸਾਹਿਬ ਜੀਓ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ। ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਸ਼੍ਰੀ ਹਰਿਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋ ਤਾਰਾ ਤਾਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।
ਦੁਨੀ ਦੇ ਮਾਲਕ ਭਗਤ ਵਸ਼ਲ ਦਾਸ ਸਹਿਬਾਨ ਦੇ ਆਤਮਿਕ ਸਰੂਪ ਗਿਆਨ ਦੇ ਮੁਜੱਸਮੇ ਕਲਯੁਗੀ ਜੀਵਾਂ ਨੂੰ ਤਾਰਨਹਾਰੇ ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਸ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਹੋਈ ਹੈ। ਔਰ ਆਪਾਂ ਸਭ ਤੋਂ ਪਹਿਲਾਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹਾਂ। ਉਪਰੰਤ ਗੁਰਬਾਣੀ ਦੇ ਕੀਰਤਨ ਦੀ ਆਰੰਭਤਾ ਗੁਰੂ ਕੇ ਚਰਨਾਂ ਦੇ ਵਿੱਚ ਸੰਧਿਆ ਦੇ ਵੇਲੇ ਹੁੰਦੀ ਹੈ। ਆਓ ਲੜੀਵਾਰ ਜੋ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ ਉਹਦਾ ਕੁਝ ਕੁ ਪਿਛਲਾ ਪ੍ਰਸੰਗ ਸਰਵਣ ਕਰਕੇ ਅਗਲੇਰੀ ਕਥਾ ਵਿਚਾਰ ਆਰੰਭ ਕਰਦੇ ਹਾਂ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਇਹ ਲੜੀ ਇਹ ਪ੍ਰਸੰਗ ਸਰਵਣ ਕਰ ਰਹੇ ਸੀ ਕਿ ਸ਼ਾਹਜਹਾਨ ਬਾਦਸ਼ਾਹ ਜਦੋਂ ਦੇ ਬਾਬਾ ਬਿਧੀ ਚੰਦ ਜੀ 2 ਘੋੜੇ ਕਿਲੇ ਦੇ ਵਿੱਚੋਂ ਕੱਢ ਕੇ ਲੈ ਕੇ ਗਏ ਹਨ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਤੇ ਬਾਦਸ਼ਾਹ ਨੂੰ ਪਤਾ ਲੱਗਿਆ ਕਿ ਇਹ ਕੰਮ ਜਿਹੜਾ ਹੈ ਇਹ ਬਾਬਾ ਬਿਧੀ ਚੰਦ ਜੀ ਨੇ ਗੁਰੂ ਕੇ ਸੇਵਕ ਨੇ ਕੀਤਾ ਹੈ, ਤੇ ਉਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਹੈ। ਤੇ ਉਸ ਵੇਲੇ ਉਸਨੇ ਆਪਣੇ ਅਹਿਲਕਾਰ ਸਾਰੇ ਕੋਲ ਸੱਦ ਲਏ ਹਨ, ਬੁਲਾ ਰਹੇ ਹਨ, ਤੇ ਬਹੁਤ ਗੁੱਸੇ ਦੇ ਵਿੱਚ ਆ ਕੇ ਕਹਿਣ ਲੱਗਿਆ ਕਿ ਬਹੁਤ ਵੱਡੀ ਸੈਨਾ ਜਿਹੜੀ ਹੈ, ਰਾਤ ਵੇਲੇ ਪਤਾ ਲੱਗਾ ਸੀਗਾ ਕਿ ਗੁਰੂ ਕਾ ਸਿੱਖ ਘੋੜਾ ਲੈ ਕੇ ਗਿਆ ਹੈ, ਤੇ ਸੁਬਾਹ ਹੁੰਦਿਆਂ ਤੱਕ ਸਾਰੀ ਸੈਨਾ ਜਿਹੜੀ ਹੈ ਬਾਦਸ਼ਾਹ ਨੇ ਤਿਆਰ ਕਰਵਾ ਲਈ ਹੈ ਕਿ ਬਾਬਾ ਬਿਧੀ ਚੰਦ ਜਾਣ ਲੱਗਿਆਂ ਦੱਸ ਕੇ ਗਏ ਹਨ ਕਿ ਛੇਵੇਂ ਪਾਤਸ਼ਾਹ ਗਰੀਬ ਨਿਵਾਜ ਮਾਲਵੇ ਦੀ ਧਰਤੀ 'ਤੇ ਹਨ ਤੇ ਮੈਂ ਉਹਨਾਂ ਦੇ ਪਾਸ ਜਾ ਰਿਹਾ ਹਾਂ। ਤੇ ਬਾਦਸ਼ਾਹ ਨੇ ਹੁਕਮ ਜਾਰੀ ਕਰ ਦਿੱਤਾ ਹੈ ਕਿ ਬਹੁਤ ਵੱਡੀ ਫੌਜ ਤਿਆਰ ਕਰੋ, ਤੇ ਸੁਬਾਹ ਹੁੰਦਿਆਂ ਤੱਕ ਇੱਕ ਬਹੁਤ ਵੱਡਾ ਦਲ ਬਾਦਸ਼ਾਹ ਦਾ ਤਿਆਰ ਹੋ ਗਿਆ ਹੈ। ਉਹਨਾਂ ਨੂੰ ਵੱਡੀ ਤਾਦਾਦ ਦੇ ਵਿੱਚ ਗੋਲੀਆਂ, ਬੰਦੂਕਾਂ, ਤੀਰ, ਨੇਜੇ, ਤਲਵਾਰਾਂ ਔਰ ਤੋਪਾਂ ਤੇ ਗੋਲੇ, ਉਸ ਵੇਲੇ ਜੋ ਅਸਲਾ ਹੈ ਬਾਦਸ਼ਾਹ ਨੇ ਵੱਡੀ ਸੈਨਾ ਦੇ ਵਿੱਚ ਸਾਰੇ ਯੋਧਿਆਂ ਨੂੰ, ਸੈਨਾਪਤੀਆਂ ਨੂੰ ਵੰਡ ਦਿੱਤਾ ਹੈ। ਤੇ ਬਾਦਸ਼ਾਹ ਦੀ ਵੱਡੀ ਜਿਹੜੀ ਸੈਨਾ ਹੈ ਉਹ ਤਿਆਰ ਹੋਈ ਹੈ। ਉਧਰ ਗਰੀਬ ਨਿਵਾਜ ਸਤਿਗੁਰਾਂ ਦਾ ਵੀ ਪ੍ਰਸੰਗ ਆਪਾਂ ਸਰਵਣ ਕੀਤਾ ਸੀ ਕਿ ਪਾਤਸ਼ਾਹ ਜੀ ਜਾਣ ਗਏ ਸਨ ਕਿ ਬਿਧੀ ਚੰਦ ਜੀ ਨੇ ਆ ਕੇ ਦੱਸ ਦਿੱਤਾ ਸੀ, ਸਤਿਗੁਰੂ ਜੀ ਘੋੜੇ ਤਾਂ ਮੈਂ ਉੱਥੋਂ ਕਿਲੇ ਦੇ ਵਿੱਚੋਂ ਕੱਢ ਕੇ ਲੈ ਕੇ ਆ ਗਿਆ ਹਾਂ, ਪਰ ਬਾਦਸ਼ਾਹ ਇਸ ਗੱਲ ਨੂੰ ਸਹਾਰ ਨਹੀਂ ਸਕੇਗਾ ਤੇ ਬਹੁਤ ਵੱਡੀ ਸੈਨਾ ਲੈ ਕਰਕੇ ਮਗਰ ਹੀ ਆਵੇਗਾ। ਇਸ ਕਰਕੇ ਰਾਏ ਜੋਧ ਦੇ ਨਾਲ ਸਲਾਹ ਕਰਨ ਤੋਂ ਬਾਅਦ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਮਹਾਰਾਜ ਦੇ ਕੋਲ ਇੱਕ ਤਲਾਬ ਹੈ, ਨਗਰਬਾਦ ਵਿੱਚ ਵਸਿਆ ਹੈ, ਜੰਗਲ ਦੇ ਵਿੱਚ ਇੱਕ ਤਲਾਬ ਹੈ, ਉੱਥੇ ਜਾ ਕਰ ਕੇ ਆਸ-ਪਾਸ ਸਤਿਗੁਰਾਂ ਦੀ ਸੈਨਾ ਨੇ ਔਰ ਰਾਏ ਜੋਧ ਨੇ ਬਹੁਤ ਵੱਡੀ ਤਿਆਰੀ ਕਰਕੇ ਉੱਥੇ ਉਤਾਰਾ ਕਰ ਲਿਆ ਹੈ, ਜੰਗ ਦਾ ਮੈਦਾਨ ਦੇਖ ਲਿਆ ਹੈ। ਰਾਏ ਜੋਧ ਨੇ ਸਲਾਹ ਦਿੱਤੀ ਹੈ, ਪਾਤਸ਼ਾਹ ਸਾਨੂੰ ਇੱਥੇ ਜੇ ਬਾਦਸ਼ਾਹ ਦੀ ਵੱਡੀ ਫੌਜ ਆ ਜਾਏਗੀ
ਤੇ ਇੱਥੇ ਜੰਗ ਕਰਨਾ ਸਾਨੂੰ ਸੌਖਾ ਹੈ, ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ ਪਾਣੀ ਦਾ ਪ੍ਰਬੰਧ ਨਹੀਂ ਸੀਗਾ, ਬਹੁਤੇ ਖੂਹ ਵੀ ਨਹੀਂ ਸਨ ਤੇ ਹੋਰ ਕੋਈ ਵੀ ਸਾਧਨ ਨਹੀਂ ਸੀ ਪਾਣੀ ਦਾ। ਕੇਵਲ ਉਸ ਵੇਲੇ ਦਰਿਆ ਤੇ ਜਾਂ ਸਰੋਵਰ ਪਾਣੀ ਸਟੋਰ ਕਰਨ ਵਾਸਤੇ ਤਲਾਬ ਜਿਹੜੇ ਬਣਾਏ ਜਾਂਦੇ ਸਨ, ਮੀਂਹ ਦਾ ਪਾਣੀ ਜਮ੍ਹਾਂ ਕਰ ਲਿਆ ਜਾਂਦਾ ਸੀਗਾ। ਕੁਝ ਖੱਡਾਂ ਬਣਾਈਆਂ ਜਾਂਦੀਆਂ ਸਨ, ਇਲਾਕੇ ਭਰ ਦਾ ਪਾਣੀ ਉੱਥੇ ਜਮ੍ਹਾਂ ਕੀਤਾ ਜਾਂਦਾ ਸੀਗਾ। ਹੁਣ ਇੱਕ ਬਹੁਤ ਵੱਡਾ ਤਲਾਬ ਜਿਹੜਾ ਹੈ, ਰਾਏ ਜੋਧ ਦੀ ਸਲਾਹ ਦੇ ਨਾਲ ਛੇਵੇਂ ਪਾਤਸ਼ਾਹ ਜੀ ਨੇ ਉੱਥੇ ਦੁਆਲੇ ਦੁਆਲੇ ਜਾ ਕੇ ਫੌਜ ਦਾ ਉਤਾਰਾ ਕਰ ਲਿਆ ਹੈ ਤੇ ਹੋਰ ਦੂਰ ਤੱਕ ਕਿਤੇ ਵੀ ਪਾਣੀ ਨਹੀਂ ਹੈ। ਇਹ ਵੀ ਇੱਕ ਜੰਗ ਦਾ ਦਾਅ ਹੁੰਦਾ ਸੀਗਾ ਕਿ ਪਹਿਲਾਂ ਜਾ ਕੇ ਪਾਣੀ 'ਤੇ ਕਬਜ਼ਾ ਕਰ ਲਵੋ, ਕਿਉਂਕਿ ਜੇ ਪਾਣੀ ਹੱਥਾਂ ਦੇ ਵਿੱਚ ਹੋਏਗਾ ਤੇ ਫੌਜ ਲੰਮਾ ਸਮਾਂ ਉੱਥੇ ਰਹਿ ਸਕਦੀ ਹੈ, ਸੌਖੀ ਲੜ ਸਕਦੀ ਹੈ, ਲੰਗਰ ਪਾਣੀ ਤਿਆਰ ਹੋ ਸਕਦਾ ਹੈ। ਅਗਰ ਪਾਣੀ ਨਾ ਹੋਇਆ ਤੇ ਇੱਕ ਅੱਧਾ ਦਿਨ ਜੰਗ ਕਰਨ ਤੋਂ ਬਾਅਦ ਪਿੱਛੇ ਹਟਣਾ ਪਏਗਾ, ਪਾਣੀ ਵਾਲੀ ਜਗ੍ਹਾ 'ਤੇ ਪਹੁੰਚਣਾ ਪਏਗਾ, ਜੰਗ ਦਾ ਮੈਦਾਨ ਛੱਡਣਾ ਪਏਗਾ। ਜੇ ਘੇਰਾ ਪਾਇਆ ਹੈ ਤੇ ਘੇਰਾ ਤੋੜਨਾ ਪਏਗਾ। ਇਸ ਕਰਕੇ ਪਾਣੀ ਉੱਪਰ ਕਬਜ਼ਾ ਕਰ ਲੈਣਾ ਇਹ ਵੀ ਜੰਗ ਦੇ ਮੈਦਾਨ ਦਾ ਇੱਕ ਦਾਅ ਸੀਗਾ, ਪੇਚ ਸੀਗਾ, ਜਿਹਦੇ ਕਰਕੇ ਉਹ ਪਾਸਾ ਭਾਰੀ ਹੋ ਜਾਇਆ ਕਰਦਾ ਸੀਗਾ। ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਉੱਥੇ ਪਹੁੰਚੇ ਹੋਏ ਹਨ। ਰਾਏ ਜੋਧ ਨੇ ਸੁੰਦਰ ਜਿਹੜੀ ਇਹ ਢੰਗ ਹੈ, ਤਰੀਕਾ ਦੱਸਿਆ ਹੈ। ਇੱਧਰ ਬਾਦਸ਼ਾਹ ਨੇ ਤਿਆਰੀ ਕਰ ਲਈ ਹੈ ਵੱਡੀ ਫੌਜ ਦੇ ਨਾਲ ਤੇ ਬਾਦਸ਼ਾਹ ਚੱਲਣ ਲੱਗਿਆ ਹੈ। ਇੱਥੋਂ ਤੱਕ ਆਪਾਂ ਪ੍ਰਸੰਗ ਪਿਛਲਾ ਸਰਵਣ ਕੀਤਾ ਹੈ। ਲਾਹੌਰ ਦੀ ਧਰਤੀ ਤੋਂ ਬਾਦਸ਼ਾਹ ਦਾ ਵੱਡਾ ਜਿਹੜਾ ਕਾਫਲਾ ਹੈ, ਸ਼ਾਹੀ ਜਿਹੜੀ ਸੈਨਾ ਹੈ, ਬਹੁਤ ਵੱਡੀ ਤਿਆਰੀ ਕਰਕੇ ਭਾਰੀ ਬਾਰੂਦ ਸ਼ਸਤਰ ਲੈ ਕਰਕੇ ਬਿਲਕੁਲ ਤਿਆਰ ਹੈ। ਆਓ ਇਸ ਤੋਂ ਜਿਹੜਾ ਅਗਲੇਰਾ ਪ੍ਰਸੰਗ ਹੈ ਭਾਵਨਾ ਸਹਿਤ ਸਰਵਣ ਕਰਦੇ ਆ। ਇੱਕ ਵਾਰੀ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰਦੇ ਹੋਏ ਅਦਬ ਸਤਿਕਾਰ ਸਹਿਤ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਇੱਕ ਬਾਦਸ਼ਾਹ ਦਾ ਅਹਿਲਕਾਰ, ਬਹੁਤ ਸਿਆਣਾ ਪੁਰਸ਼ ਵਜ਼ੀਰ ਖਾਂ, ਇੱਕ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਹੋਇਆ ਹੈ, ਇਹ ਵਜ਼ੀਰ ਖਾਂ ਦੂਜਾ ਹੈ। ਪਹਿਲਾਂ ਇਹ ਗੁਰੂ ਘਰ ਦੇ ਨਾਲ ਔਰ ਛੇਵੇਂ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਇਹ ਸਤਿਗੁਰਾਂ ਦੇ ਚਰਨਾਂ ਦੇ ਨਾਲ ਪਿਆਰ ਰੱਖਦਾ ਸੀਗਾ, ਸ਼ਰਧਾਲੂ ਸੀਗਾ ਛੇਵੇਂ ਪਾਤਸ਼ਾਹ ਜੀ ਦਾ। ਔਰ ਇਹ ਹੁਣ ਬਾਦਸ਼ਾਹ ਦੇ ਕੋਲ ਰਹਿੰਦਾ ਹੈ, ਅਹਿਲਕਾਰ ਹੈ। ਇਹਨੂੰ ਜਦੋਂ ਪਤਾ ਲੱਗਾ ਕਿ ਬਹੁਤ ਵੱਡਾ ਦਲ ਬਾਦਸ਼ਾਹ ਦਾ ਤਿਆਰ ਹੋ ਗਿਆ ਹੈ, ਲਾਹੌਰ ਤੋਂ ਨਗਾਰੇ ਖੜਕ ਗਏ ਹਨ ਤੇ ਫੌਜਾਂ ਸਵਾਰ ਹੋ ਰਹੀਆਂ ਹਨ, ਘੋੜਿਆਂ 'ਤੇ ਚੜ੍ਹ ਰਹੀਆਂ ਹਨ, ਤੇ ਉਸ ਵੇਲੇ ਫਿਰ ਤਬ ਵਜ਼ੀਰ ਖਾਂ ਦੇਖ ਕਰ ਤਿਆਰੀ ਹਜ਼ਰਤ ਕੀਨ। ਬਾਦਸ਼ਾਹ ਦੀ ਤਿਆਰੀ ਵੇਖ ਕੇ ਵਜ਼ੀਰ ਖਾਂ ਹੈਰਾਨ ਹੋਇਆ ਹੈ। ਤੇ ਇਸ ਵੇਲੇ ਫਿਰ ਇਹਨੇ ਕਿੰਚ ਬੇਗ, ਜਿਹੜਾ ਇੱਕ ਮਹਾਨ ਯੋਧਾ ਹੈ ਤੇ ਬਾਦਸ਼ਾਹ ਦਾ ਨਜ਼ਦੀਕੀ ਹੈ, ਤੇ ਕਈ ਵਾਰ ਬਾਦਸ਼ਾਹ ਇਹਦੇ ਕੋਲੋਂ ਸਲਾਹਾਂ ਵੀ ਲੈਂਦਾ ਹੈ ਜਦੋਂ ਕਿਸੇ ਜੰਗ ਤੇ ਯੁੱਧ ਤੇ ਕਿਤੇ ਵੀ ਜਾਣਾ ਹੈ। ਹੁਣ ਵੀ ਇਸ ਵੇਲੇ ਜਿਹੜਾ ਵਜ਼ੀਰ ਖਾਂ ਹੈ ਉਸ ਵੇਲੇ ਕਿੰਚ ਬੇਗ ਦੇ ਕੋਲ ਗਿਆ। ਕਿੰਚ ਬੇਗ ਕੈ ਆਦਿ ਕੁਛ ਨਿਜ ਮਸਰਤ ਮੈਂ ਲੀਨ। ਆਪਸ ਦੇ ਵਿੱਚ ਕੁਝ ਕੁ ਸਮਾਂ ਇਹਨਾਂ ਨੇ ਵਿਚਾਰਾਂ ਕੀਤੀਆਂ ਹਨ। ਕਹਿਣ ਲੱਗਾ, ਹੇ ਕਿੰਚ ਬੇਗ, ਤੂੰ ਬਾਦਸ਼ਾਹ ਦਾ ਬੜਾ ਨਜ਼ਦੀਕ ਰਹਿਣ ਵਾਲਾ ਹੈ ਤੇ ਬਾਦਸ਼ਾਹ ਤੇਰੇ ਤੋਂ ਕਈ ਵਾਰ ਸਲਾਹਾਂ ਲੈਂਦਾ ਹੈ। ਤੂੰ ਬਿਲਕੁਲ ਬਾਦਸ਼ਾਹ ਦੇ ਨੇੜੇ ਹੈ ਤੇ ਬਾਦਸ਼ਾਹ ਤੇਰੀ ਗੱਲ ਮੰਨਦਾ ਹੈ। ਤੇ ਬਾਦਸ਼ਾਹ ਖੁਦ ਜੰਗ ਦੇ ਮੈਦਾਨ ਦੇ ਵਿੱਚ ਜਾਣ ਲੱਗਿਆ ਹੈ ਤੇ ਇਹ ਬਾਦਸ਼ਾਹ ਵਾਸਤੇ ਚੰਗਾ ਨਹੀਂ ਹੈ। ਬਾਦਸ਼ਾਹ ਖੁਦ ਜਾਵੇ, ਤਿਆਰੀ ਨਹੀਂ ਸ਼ਾਹੋ ਕੀ ਨੀਕੀ। ਤੇ ਦੂਸਰੇ ਪਾਸੇ ਮੈਨੂੰ ਬਾਦਸ਼ਾਹ ਦੀ ਜਿਹੜੀ ਤਿਆਰੀ ਹੈ ਉਹ ਵੀ ਇੱਕੇ ਦਮ ਰਾਤੋਂ ਰਾਤ ਫੈਸਲਾ ਕਰ ਲੈਣਾ ਕਿ ਸੁਬਾਹ ਤੜਕੇ ਵੱਡੀ ਸੈਨਾ ਲੈ ਕੇ ਤੇ ਛੇਵੇਂ ਪਾਤਸ਼ਾਹ ਜੀ 'ਤੇ ਹੱਲਾ ਕਰ ਦੇਣਾ। ਇਹ ਜੰਗ ਦੀ ਜਿਹੜੀ ਗੱਲ ਹੈ ਉਹ ਕੋਈ ਛੋਟੀ ਮੋਟੀ ਗੱਲ ਥੋੜ੍ਹੀ ਹੈ, ਇੱਕ ਜੰਗ ਹੈ, ਯੁੱਧ ਹੈ ਤੇ ਫੈਸਲਾ ਕੁਛ ਵੀ ਹੋ ਸਕਦਾ ਹੈ।
ਪੱਲੜਾ ਕਿਸੇ ਦਾ ਵੀ ਭਾਰੀ ਹੋ ਸਕਦਾ ਹੈ। ਇਸ ਕਰਕੇ ਜੰਗ ਜਿਹੜਾ ਕਰਨਾ ਹੈ ਉਹਦੇ ਵਾਸਤੇ ਕੁਝ ਸਲਾਹ ਮਸ਼ਵਰਾ, ਕੁਝ ਸਮਾਂ ਜ਼ਰੂਰ ਲੈਣਾ ਚਾਹੀਦਾ ਹੈ। ਹੁਣ ਉਸ ਵੇਲੇ ਕਹਿਣ ਲੱਗੇ ਬਾਦਸ਼ਾਹ ਦਾ ਇਸ ਵੇਲੇ ਆਪ ਜੰਗ ਦੇ ਮੈਦਾਨ ਦੇ ਵਿੱਚ ਜਾਣ ਦਾ ਜਿਹੜਾ ਫੈਸਲਾ ਹੈ ਉਹ ਠੀਕ ਨਹੀਂ ਹੈ। ਤੇ ਕਹਿਣ ਲੱਗੇ ਕਿ ਭਾਈ ਸਾਨੂੰ ਇੰਝ ਲੱਗਦਾ ਹੈ ਕਿ ਇਹਦੇ ਵਿੱਚ ਬਾਦਸ਼ਾਹ ਦੀ ਸੁੱਖ ਸ਼ਾਂਤੀ ਨਹੀਂ ਹੈ, ਕੁਛ ਵੀ ਹੋ ਸਕਦਾ ਹੈ। ਬਾਦਸ਼ਾਹ ਨੂੰ ਖੁਦ ਨਹੀਂ ਜਾਣਾ ਚਾਹੀਦਾ ਹੈ। ਤੇ ਕਹਿਣ ਲੱਗੇ ਤੁਸੀਂ ਕਿਉਂ ਨਹੀਂ ਜਾ ਕੇ ਬਾਦਸ਼ਾਹ ਨੂੰ ਸਮਝਾਇਆ? ਕਿਉਂ ਨਾ ਕਹੋ ਇਸ ਰੱਖੋ ਹਟਾਈ ਹੈ ਕਿੰਚ ਵੇਗਾ। ਤੇ ਤੇਰਾ ਤਾਂ ਬਾਦਸ਼ਾਹ ਬਿਲਕੁਲ ਨਜ਼ਦੀਕੀ ਹੈ, ਤੂੰ ਕੋਲ ਰਹਿਣ ਵਾਲਾ ਹੈ ਤੇ ਬਾਦਸ਼ਾਹ ਨੂੰ ਆਪਾਂ ਕਹਿ ਕੇ ਰੋਕ ਦਈਏ ਜੀ। ਤੇ ਕਾਰਨ ਇਹ ਹੈ ਕਿ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਹ ਘਰ ਹੈ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਤੇ ਸੁਭਾਈਮਾਨ ਹਨ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਮੁਸਲਮਾਨ ਵੀ ਪੀਰ ਕਰਕੇ ਮੰਨਦੇ ਰਹੇ ਹਨ, ਹਿੰਦੂ ਵੀ ਗੁਰੂ ਕਰਕੇ ਮੰਨਦੇ ਰਹੇ ਹਨ। ਤੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਅਜ਼ਮਤ ਹੈ, ਜਿਹੜੀ ਉਹਨਾਂ ਦੀ ਸੋਭਾ ਵਡਿਆਈ ਹੈ, ਸਾਰੀ ਦੁਨੀਆ ਉਹਦੇ ਤੋਂ ਵਾਕਿਫ ਹੈ। ਤੇ ਕਹਿਣ ਲੱਗੇ ਉਹਨਾਂ ਦੇ ਨਾਲ ਜੰਗ ਕਰਨਾ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਨਾਲ ਮੱਥਾ ਲਾਉਣਾ, ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੰਗ ਕਰਨਾ। ਤੇ ਕਹਿਣ ਲੱਗੇ 300 ਕਰੇ ਜੰਗ ਹੋਏ ਹਾਰੀ, ਜੇ ਜੰਗ ਦੇ ਮੈਦਾਨ ਦੇ ਵਿੱਚ ਚੜ੍ਹ ਕੇ ਜਾਵਾਂਗੇ ਤੇ ਹਾਰ ਜਾਵਾਂਗੇ। ਤੇ ਕਹਿਣ ਲੱਗੇ ਕਿ ਹੁਣ ਇਹ ਗੱਲ ਕਿਉਂਕਿ ਤੁਸੀਂ ਬਾਦਸ਼ਾਹ ਦੇ ਨਜ਼ਦੀਕ ਹੋ, ਕਰ ਸੰਗੀ ਸਭ ਸ਼ਾਹੋ ਸਲਾਹੀ, ਸਾਨੂੰ ਬਾਦਸ਼ਾਹ ਦੇ ਨਾਲ ਇਹ ਸਲਾਹ ਕਰ ਲੈਣੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਘਰ ਹੈ ਉਹ ਕੇਵਲ ਸ਼ਕਤੀ ਦਾ ਪ੍ਰਤੀਕ ਨਹੀਂ ਹੈ, ਉਹਨਾਂ ਦੇ ਕੋਲ ਭਗਤੀ ਵੀ ਬੜੀ ਵੱਡੀ ਹੈ ਤੇ ਅਜ਼ਮਤਾਂ ਵੀ ਬਹੁਤ ਵੱਡੀਆਂ ਹਨ। ਅਜ਼ਮਤਾਂ ਉਹਨਾਂ ਕੋਲ ਕਰਾਮਾਤਾਂ ਹਨ, ਸ਼ਕਤੀਆਂ ਹਨ, ਉਹ ਕੁਛ ਵੀ ਕਰ ਸਕਦੇ ਹਨ। ਗੁਰੂ ਨਾਨਕ ਸਾਹਿਬ ਜੀ ਦਾ ਘਰ ਕੇਵਲ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਤਗੜੇ ਯੋਧੇ ਨਹੀਂ ਹਨ, ਉਹ ਬਹੁਤ ਵੱਡੇ ਸੰਤ ਵੀ, ਗੁਰੂ ਵੀ, ਪੀਰ ਵੀ ਹਨ। ਉਹਨਾਂ ਦੀ ਬਦ ਦੁਆ ਵੀ ਜਿਹੜੀ ਲੈਣੀ ਹੈ ਉਹ ਠੀਕ ਨਹੀਂ ਹੈ। ਹੁਣ ਆਪਸ ਦੇ ਵਿੱਚ ਇਹਨਾਂ ਨੇ ਸਲਾਹ ਕੀਤੀ, ਕਰ ਸੰਗੀ ਸਭ ਸ਼ਾਹੋ ਸਲਾਹੀ। ਇਹ ਫਿਰ ਹੁਣ ਬਾਦਸ਼ਾਹ ਨੂੰ ਸਲਾਹ ਦੇਣ ਲੱਗੇ ਹਨ ਤੇ ਕਹਿਣ ਲੱਗੇ ਆਪਾਂ ਬਾਦਸ਼ਾਹ ਨੂੰ ਸਮਝਾਉਂਦੇ ਹਾਂ, ਆਪਣਾ ਫਰਜ਼ ਬਣਦਾ ਹੈ ਕਿ ਬਾਦਸ਼ਾਹ ਬੇਖਬਰੇ ਇਹ ਜਿਹੜੀ ਸਾਡੀ ਗੱਲ ਹੈ ਮੰਨ ਜਾਵੇ। ਤੇ ਕਹਿਣ ਲੱਗੇ ਹੁਣ ਇਹ ਦੋਨੋਂ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਬਾਦਸ਼ਾਹ ਦੇ ਕੋਲ ਜਾ ਕੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਕਹਿਣ ਲੱਗੇ ਹੇ ਹਜ਼ੂਰ, ਹੇ ਬਾਦਸ਼ਾਹ ਸਲਾਮਤ, ਤੁਸੀਂ ਜਾਣ ਦੀ ਜਿਹੜੀ ਤਿਆਰੀ ਕੀਤੀ ਹੈ, ਤੁਹਾਡਾ ਸੁਭਾਅ ਹੈ ਤੇ ਬਹੁਤ ਵੱਡੀ ਜੰਗ ਕਰਨ ਵਾਸਤੇ ਵੱਡੀ ਫੌਜ ਤਿਆਰ ਹੋਈ ਹੈ। ਤੇ ਅਸੀਂ ਕੁਝ ਕੁ ਜਾਣਿਆਂ ਨੇ ਰਲ ਕੇ ਸਲਾਹ ਕੀਤੀ ਹੈ, ਕੁਝ ਕੁ ਤੁਹਾਡੇ ਅਹਿਲਕਾਰਾਂ ਨੇ ਤੇ ਕੁਝ ਕੁ ਸਲਾਹਕਾਰਾਂ ਨੇ। ਅਸੀਂ ਰਲ ਕੇ ਬੈਠੇ ਸੀਗੇ ਤੇ ਅਸੀਂ ਵਿਚਾਰਿਆ ਹੈ ਕਿ ਇਹ ਜੰਗ ਦੇ ਮੈਦਾਨ ਦੇ ਵਿੱਚ ਹੁਣ ਜਾਣਾ, ਤੁਹਾਡਾ ਜਾਣਾ ਠੀਕ ਨਹੀਂ ਹੈ। ਤੇ ਕਹਿਣ ਲੱਗੇ ਤੁਹਾਡਾ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਭਾਰੀ ਨੁਕਸਾਨ, ਬਹੁਤ ਵੱਡਾ ਘਾਟਾ ਹੋ ਸਕਦਾ ਹੈ। ਤੇ ਕਹਿਣ ਲੱਗੇ ਕੁਝ ਅਸੀਂ ਪੁਰਾਣੇ ਗ੍ਰੰਥ ਵੀ ਫੋਲੇ ਹਨ ਤੇ ਕੁਝ ਇਹ ਜਿਹੜਾ ਦਿਨ ਹੈ, ਇਹ ਜਿਹੜਾ ਸਮਾਂ, ਇਹਦੀ ਵੀ ਵਿਚਾਰ ਕੀਤੀ ਹੈ। ਕਿਉਂਕਿ ਪੁਰਾਣੇ ਜਿਹੜੇ ਬਾਦਸ਼ਾਹ ਹੁੰਦੇ ਸਨ ਉਹਨਾਂ ਨੂੰ ਜੋਤਿਸ਼ ਵਿਦਿਆ 'ਤੇ ਬਹੁਤ ਵੱਡਾ ਭਰੋਸਾ ਹੁੰਦਾ ਸੀਗਾ। ਉਹ ਕਈ ਵਾਰ ਜਦੋਂ ਵੀ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਹੁੰਦਾ ਸੀਗਾ, ਉਹ ਪਹਿਲਾਂ ਵੇਖਦੇ ਸਨ ਕਿ ਇਹ ਦਿਨ ਚੰਗਾ ਹੈ ਸਾਡੇ ਵਾਸਤੇ ਕਿ ਮਾੜਾ ਹੈ। ਅੱਜ ਜੰਗ ਦੇ ਮੈਦਾਨ ਦੇ ਵਿੱਚ ਜਾਵਾਂਗੇ, ਜਿੱਤ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ। ਉਹ ਜਿਹੜੇ ਆਪ ਦੇ ਨਾਂ ਦੇ ਅੱਖਰ ਹੁੰਦੇ ਸਨ, ਉਹਦੇ ਅੱਖਰਾਂ ਦੇ ਰਾਹੀਂ ਅੱਜ ਦਾ ਦਿਨ ਸ਼ੁਭ ਹੈ, ਚੰਗਾ ਹੈ, ਜਾਣਾ ਚਾਹੀਦਾ ਹੈ, ਨਹੀਂ ਜਾਣਾ ਚਾਹੀਦਾ, ਉਹਦੇ 'ਤੇ ਬੜਾ ਭਰੋਸਾ ਰੱਖਿਆ ਕਰਦੇ ਸਨ। ਇਸ ਕਰਕੇ ਪਹਿਲਾਂ ਹੀ ਉਹ ਨਾਮ ਕਢਵਾ ਕੇ ਤੇ ਫਿਰ ਕਈ ਵਾਰੀ ਚੜ੍ਹਾਈ ਕਰਦੇ ਸਨ ਕਿਤੇ ਵੀ।
ਹੁਣ ਇਹਨਾਂ ਨੇ ਗੱਲ ਕੀਤੀ ਹੈ, ਕਹਿਣ ਲੱਗੇ ਬ੍ਰਿੰਦ ਵਲਾਇਤ ਲਿਖਿਓ ਸਿਧਾਰੇ। ਅਸੀਂ ਕੁਝ ਜਿਹੜੇ ਗ੍ਰੰਥ ਹਨ ਇੱਧਰ ਉੱਧਰ ਦੇ ਲਿਖੇ ਹੋਏ ਉਹਨਾਂ ਦੇ ਵਿੱਚੋਂ ਹੀ ਪੜ੍ਹਿਆ ਹੈ ਅਤੇ ਬੜੀ ਸੁਧਾਰ ਕੇ ਬੜੀ ਵਿਚਾਰ ਕੇ ਤੁਹਾਡੇ ਚਰਨਾਂ ਦੇ ਵਿੱਚ ਤੁਹਾਡੇ ਕੋਲ ਬੇਨਤੀ ਕਰ ਰਹੇ ਹਾਂ। ਤੇ ਸਾਰੇ ਵਿਚਾਰ ਅਸੀਂ ਕੀਤੇ ਹਨ, ਸਾਰੇ ਤੁਹਾਡੇ ਕਰਮ ਜੋ ਕੁਛ ਇਹ ਦਿਨ ਦਾ ਸਾਰਾ ਕੁਝ ਹਿਸਾਬ ਵਿਚਾਰ ਕਰਕੇ ਅਸੀਂ ਇੱਥੇ ਆਏ ਹਾਂ। ਤੇ ਕਹਿਣ ਲੱਗੇ ਕਿ ਉਸ ਗੁਰ ਢਿੱਗ ਅਲਪ ਬਾਹਨੀ ਰਹਿ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਵੀ ਹੈ ਬਾਦਸ਼ਾਹ ਬਹੁਤ ਵੱਡੀ ਸੈਨਾ ਨਹੀਂ ਹੈ, ਛੋਟਾ ਜਿਹਾ ਦਲ ਸਤਿਗੁਰੂ ਜੀ ਨਾਲ ਲੈ ਕੇ ਇਸ ਵੇਲੇ ਚੱਲਦੇ ਹਨ। ਤੇ ਇੱਕ ਪਾਸੇ ਇੱਕ ਛੋਟਾ ਜਿਹਾ ਪੀਰ ਗੁਰੂ ਜੀ ਦੇ ਕੋਲ ਥੋੜ੍ਹੀ ਸੈਨਾ ਹੈ, ਤੇ ਦੂਜੇ ਪਾਸੇ ਤੁਸੀਂ ਕਈ ਦੇਸ਼ਾਂ ਨੂੰ ਜਿੱਤ ਚੁੱਕੇ ਇੱਕ ਬਾਦਸ਼ਾਹ ਹੋ, ਕਈਆਂ ਰਾਜਿਆਂ ਦੇ ਉੱਪਰ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ, ਤੁਹਾਡੀ ਸ਼ਾਹੀ ਫੌਜ ਹੈ। ਤੇ ਆਪਾਂ ਕਈ ਵਾਰੀ ਦੂਜੇ ਬਾਦਸ਼ਾਹ ਦੇ ਨਾਲ ਦੂਜੇ ਸ਼ਾਹੀ ਫੌਜਾਂ ਦੇ ਨਾਲ ਲੜੇ ਹਾਂ। ਤੇ ਕਹਿਣ ਲੱਗੇ ਤੁਮ ਕੋ ਮਾਲਕ ਮੁਲਖਨ ਕਹੈ। ਹੇ ਬਾਦਸ਼ਾਹ ਤੁਹਾਨੂੰ ਮੁਲਕਾਂ ਦੇ ਰਾਜੇ ਕਿਹਾ ਜਾਂਦਾ ਹੈ, ਮੁਲਕਾਂ ਦੇ ਬਾਦਸ਼ਾਹ ਕਿਹਾ ਜਾਂਦਾ ਹੈ। ਇਸ ਕਰਕੇ ਬਾਦਸ਼ਾਹ ਤੁਹਾਡਾ ਜੰਗ ਦੇ ਮੈਦਾਨ ਦੇ ਵਿੱਚ ਜਾਣਾ, ਖੁਦ ਫੌਜ ਲੈ ਕੇ ਜਾਣਾ, ਇਹ ਬਣਦਾ ਨਹੀਂ ਹੈ। ਜੇ ਤਾਂ ਦੂਜੇ ਪਾਸੇ ਵੀ ਕੋਈ ਵੱਡਾ ਬਾਦਸ਼ਾਹ ਹੋਵੇ ਫਿਰ ਤਾਂ ਤੁਸੀਂ ਵੀ ਜੰਗ ਦੇ ਮੈਦਾਨ ਦੇ ਵਿੱਚ ਜਾਂਦੇ ਚੰਗੇ ਲੱਗਦੇ ਹੋ, ਪਰ ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਪੀਰ ਹਨ, ਇੱਕ ਗੁਰੂ ਹਨ, ਅਤੇ ਕੁਝ ਕੁ ਉਹਨਾਂ ਦੇ ਕੋਲ ਸੈਨਾ ਹੈ, ਉਹਨਾਂ ਦੇ ਵਿਰੁੱਧ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਜਾਂਦੇ ਹੋਏ ਠੀਕ ਨਹੀਂ ਲੱਗਦੇ ਹੋ। ਤੇ ਕਹਿਣ ਲੱਗੇ ਪਰ ਜੇ ਕਿਤੇ ਆਪਾਂ ਸਤਿਗੁਰਾਂ ਦੇ ਉੱਪਰ ਅੱਜ ਹੱਲਾ ਕਰਨਾ ਵੀ ਹੈ, ਹਮਲਾ ਕਰਨਾ ਵੀ ਹੈ, ਇਹ ਬਾਦਸ਼ਾਹ ਸਾਡੀ ਸਾਰਿਆਂ ਦੀ ਇਹ ਸਲਾਹ ਹੈ ਤੁਸੀਂ ਨਾ ਜਾਓ ਤੇ ਵੱਡੀ ਜਿਹੜੀ ਸੈਨਾ ਹੈ ਉਹ ਭੇਜ ਦਵੋ। ਤੇ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਬਹੁਤ ਵੱਡੇ ਪੀਰ ਅਵਤਾਰ ਗੁਰੂ ਹਨ, ਸੰਸਾਰ ਦੇ ਵਿੱਚ ਬਹੁਤ ਵੱਡੀ ਉਹਨਾਂ ਦੀ ਮਹਿਮਾ ਹੈ ਅਤੇ ਬਹੁਤ ਵੱਡਾ ਪ੍ਰਤਾਪ ਹੈ। ਤੇ ਕਹਿਣ ਲੱਗੇ ਜੇ ਨਾ ਹੋਵੇ ਕਿਤੇ ਬਾਈ ਚਾਂਸ, ਕਹਿਣ ਲੱਗੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਜ਼ਮਤ ਦੇ ਨਾਲ, ਸ਼ਕਤੀ ਦੇ ਨਾਲ, ਕਰਾਮਾਤਾਂ ਦੇ ਨਾਲ ਜੇ ਕਿਤੇ ਸਾਡੀ ਫੌਜ ਜੰਗ ਦੇ ਮੈਦਾਨ ਨੂੰ ਛੱਡਣ ਵਾਸਤੇ ਤਿਆਰ ਹੋ ਗਈ, ਜੇ ਕਿਤੇ ਜੰਗ ਦੇ ਮੈਦਾਨ ਦੇ ਵਿੱਚ ਸਾਡੀ ਫੌਜ ਭੱਜ ਜਾਵੇਗੀ ਤੇ ਕਹਿਣ ਲੱਗੇ ਹੇ ਬਾਦਸ਼ਾਹ ਤੁਹਾਡੀ ਸੰਸਾਰ ਦੇ ਵਿੱਚ ਬਹੁਤ ਵੱਡੀ ਬਦਨਾਮੀ ਹੋ ਜਾਏਗੀ ਕਿ ਇੱਕ ਬਾਦਸ਼ਾਹ ਇੱਕ ਪੀਰ ਤੋਂ ਹਾਰ ਗਿਆ, ਇੱਕ ਗੁਰੂ ਤੋਂ ਹਾਰ ਗਿਆ ਹੈ। ਬਾਦਸ਼ਾਹ ਤੋਂ ਹਾਰ ਜਾਵੇ ਫਿਰ ਤਾਂ ਚਲੋ ਠੀਕ ਹੈ, ਪਰ ਤੁਹਾਡਾ ਇਸ ਤਰ੍ਹਾਂ ਸੰਸਾਰ ਦੇ ਵਿੱਚ ਲੋਕ ਕਹਿਣਗੇ ਇੱਕ ਪੀਰ ਤੋਂ ਬਾਦਸ਼ਾਹ ਹਾਰ ਗਿਆ ਹੈ। ਤੇ ਦੂਸਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਕੋਈ ਬਹੁਤ ਵੱਡਾ ਕਿਲ੍ਹਾ ਤੇ ਜੰਗ ਦੇ ਮੈਦਾਨ ਦੇ ਵਿੱਚ ਲੜਨ ਦੀ ਕੋਈ ਬਹੁਤੀ ਤਿਆਰੀ ਨਹੀਂ ਹੈ। ਤੇ ਕਹਿਣ ਲੱਗੇ ਕਿ ਜਿਸ ਕਰਕੇ ਤੁਸੀਂ ਖੁਦ ਜੰਗ ਦੇ ਮੈਦਾਨ ਦੇ ਵਿੱਚ ਜਾਓ ਤੇ ਜਿਸ ਕਰਕੇ ਬਹੁਤ ਵੱਡਾ ਯਤਨ ਕੀਤਾ ਜਾਵੇ, ਇਸ ਤਰ੍ਹਾਂ ਸਾਡਾ ਕਰਨਾ ਬਣਦਾ ਨਹੀਂ ਹੈ। ਤੇ ਕਹਿਣ ਲੱਗੇ ਇਸ ਤਰ੍ਹਾਂ ਫਿਰ ਕਿੰਚ ਬੇਗ ਤਬ ਗਿਰਾ ਬਖਾਨੀ, ਬਾਦਸ਼ਾਹ ਦੇ ਕੋਲ ਜਾ ਕੇ ਕਿੰਚ ਬੇਗ ਨੇ ਜਦੋਂ ਇਹ ਬੇਨਤੀ ਕੀਤੀ ਹੈ ਤੇ ਉਸ ਵੇਲੇ ਫਿਰ ਵਜ਼ੀਰ ਖਾਂ ਵੀ ਕਹਿਣ ਲੱਗਿਆ ਹੇ ਬਾਦਸ਼ਾਹ ਅਸੀਂ ਤੁਹਾਡਾ ਭਲਾ ਜਾਣ ਕੇ ਤੁਹਾਡੀ ਸੁੱਖ ਸ਼ਾਂਤੀ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਫੈਸਲਾ, ਇਹ ਸਲਾਹ ਦਿੱਤੀ ਹੈ। ਅਸੀਂ ਦਿਨ ਰਾਤ ਤੁਹਾਡੀ ਸਲਾਮਤੀ, ਤੁਹਾਡੀ ਤੰਦਰੁਸਤੀ ਹੀ ਚਾਹੁੰਦੇ ਹਾਂ। ਤੇ ਜੇ ਕਿਤੇ ਕੁਛ ਵਿਗਾੜ ਪੈਦਾ ਹੋ ਗਿਆ, ਜੇ ਕਿਤੇ ਬਾਦਸ਼ਾਹ ਤੁਹਾਡਾ ਨੁਕਸਾਨ ਹੋ ਗਿਆ ਤੇ ਸਾਡੇ ਕੋਲੋਂ ਫਿਰ ਸਹਿਆ ਨਹੀਂ ਜਾਏਗਾ। ਤੇ ਕਹਿਣ ਲੱਗੇ ਹੇ ਬਾਦਸ਼ਾਹ ਗੁੱਸੇ ਦੇ ਵਿੱਚ ਆ ਕਰਕੇ ਰਿਸ ਕਰ ਆਪ ਚੜ੍ਹਨ ਕੋ ਚਾਹੇ, ਗੱਲ ਤਾਂ ਦੋ ਘੋੜਿਆਂ ਦੀ ਹੈ ਤੇ ਇਤਨਾ ਗੁੱਸੇ ਦੇ ਵਿੱਚ ਆ ਕੇ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਜਾ ਰਹੇ ਹੋ ਦੋ ਘੋੜਿਆਂ ਵਾਸਤੇ, ਅਸੀਂ ਜਾਵਾਂਗੇ ਇਹ ਬਾਕੀ ਅਹਿਲ ਕਰ ਜਾਣਗੇ।
ਤੁਹਾਡਾ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਗੁੱਸੇ ਦੇ ਵਿੱਚ ਆ ਕੇ ਠੀਕ ਨਹੀਂ ਹੈ। ਤੇ ਕਹਿਣ ਲੱਗੇ ਅਸੀਂ ਸਾਰਿਆਂ ਨੇ ਜਾਣ ਲਿਆ ਹੈ ਇਹ ਉਚਿਤ ਨਹੀਂ ਹੈ, ਇਹ ਚੰਗਾ ਨਹੀਂ ਹੈ। ਸਾਰੇ ਸਲਾਹਕਾਰ ਵਾਰ-ਵਾਰ ਇਹੀ ਕਹਿ ਰਹੇ ਹਨ। ਤੇ ਕਹਿਣ ਲੱਗੇ ਜਿੰਨੇ ਵੀ ਬਾਦਸ਼ਾਹ ਦੇ ਹੋਰ ਨੇੜੇ ਰਹਿਣ ਵਾਲੇ ਸਨ, ਸਾਧ ਸਮੀਪੀ ਅਪਰ ਜੇ ਸਾਰਿਆਂ ਨੇ ਰਲ ਕੇ ਵਿਚਾਰ ਕੀਤੇ ਹੈ। ਤੇ ਵਜ਼ੀਰ ਖਾਨ ਦੀ ਜਿਹੜੀ ਸਲਾਹ ਸੀਗੀ ਕਿ ਬਾਦਸ਼ਾਹ ਨੂੰ ਖੁਦ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਜਾਣਾ ਚਾਹੀਦਾ, ਤੇ ਬਾਦਸ਼ਾਹ ਦੇ ਕੋਲ ਜਿਹੜੇ ਹੋਰ ਅਹਿਲਕਾਰ ਤੇ ਸਲਾਹਕਾਰ ਜਾਂ ਸੈਨਾਪਤੀ ਸਨ, ਉਹਨਾਂ ਨੇ ਵੀ ਇਹੀ ਠੀਕ ਸਮਝਿਆ ਹੈ। ਕਹਿਣ ਲੱਗੇ ਹੇ ਬਾਦਸ਼ਾਹ, ਇਹ ਵਜ਼ੀਰ ਖਾਨ ਜੋ ਗੱਲ ਕਹਿ ਰਿਹਾ ਹੈ ਸਾਨੂੰ ਵੀ ਠੀਕ ਜਾਪਦੀ ਹੈ, ਅਸੀਂ ਇਹਦੀ ਸਲਾਹ ਦਾ ਸਤਿਕਾਰ ਕਰਦੇ ਹਾਂ। ਤੇ ਕਹਿਣ ਲੱਗੇ ਕਿ ਭਾਈ ਹੇ ਬਾਦਸ਼ਾਹ, ਠੀਕ ਹੈ ਤੁਸੀਂ ਚੜ੍ਹਾਈ ਕਰਨੀ ਹੈ, ਸੈਨਾ ਬਿਲਕੁਲ ਤਿਆਰ ਖੜੀ ਹੈ, ਪਰ ਇੱਕ ਵਾਰੀ ਵਿਚਾਰ ਕਰ ਲਵੋ ਜੀ। ਤੇ ਅਸੀਂ ਤੁਹਾਨੂੰ ਸਲਾਹ ਦਿੱਤੀ ਹੈ, ਲਾਇਕ ਕੀ ਹੈ ਤੇ ਅਨਲਾਇਕ ਕੀ ਹੈ। ਕਹਿਣ ਲੱਗੇ ਕਿ ਭਾਈ ਚੰਗਾ ਕੀ ਹੈ ਤੇ ਬੁਰਾ ਕੀ ਹੈ। ਅਸੀਂ ਸਾਰਿਆਂ ਬੈਠ ਕੇ ਜੋ ਸਲਾਹ ਕੀਤੀ ਹੈ, ਦੋਵੇਂ ਪੱਖ ਤੁਹਾਨੂੰ ਦੱਸ ਦਿੱਤੇ ਹਨ। ਹੇ ਬਾਦਸ਼ਾਹ, ਅਸੀਂ ਤੁਹਾਡੇ ਸਰੀਰ ਦੀ ਸਲਾਮਤੀ ਚਾਹੁੰਦੇ ਹਾਂ। ਜੰਗ ਦੇ ਮੈਦਾਨ ਦੇ ਵਿੱਚੋਂ ਭਾਰੀ ਗੁਰੂ ਹੈ, ਬਹੁਤ ਵੱਡਾ ਪ੍ਰਤਾਪੀ ਹੈ, ਤੇ ਕੁਛ ਵੀ ਜੰਗ ਦਾ ਨਤੀਜਾ ਹੋ ਸਕਦਾ ਹੈ, ਇਸ ਕਰਕੇ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਨਾ ਜਾਵੋ ਜੀ। ਤੇ ਕਹਿਣ ਲੱਗੇ ਗੁਰੂ ਘਰ ਸਹਿ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਦੁਆਰਾ ਹੈ, ਉਤ ਅਜਮਤ ਜੁਤ ਗੁਰ ਘਰ ਲਹਿ। ਬਾਦਸ਼ਾਹ ਕੱਲੀ ਸੈਨਾ ਨਾ ਦੇਖ ਲਿਓ, ਜਾਂ ਕੁਝ ਕੁ ਮੁੱਠੀ ਭਰ ਯੋਧਿਆਂ ਦਾ ਹਿਸਾਬ ਨਾ ਲਾਓ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ ਜਿਹੜਾ ਉਹ ਅਜਮਤਾਂ ਦੇ ਨਾਲ, ਸ਼ਕਤੀਆਂ ਦੇ ਨਾਲ, ਬਰਕਤਾਂ ਦੇ ਨਾਲ ਭਰਿਆ ਹੋਇਆ ਹੈ। ਇਸ ਕਰਕੇ ਉਹਨਾਂ ਦੇ ਨਾਲ ਮੱਥਾ ਲਾਉਣਾ ਸਾਡਾ ਠੀਕ ਨਹੀਂ ਹੈ। ਤੇ ਸਾਰਾ ਕੁਝ ਸੁਣ ਕੇ ਵਜ਼ੀਰ ਖਾਂ ਕਹਿਣ ਲੱਗੇ ਬਾਕ ਵਜ਼ੀਰ ਖਾਂ ਪੁੰਨ ਕਹਿਓ। ਜਦੋਂ ਇਹ ਸਾਰੀ ਗੱਲ ਵਜ਼ੀਰ ਖਾਂ ਨੇ ਬਾਦਸ਼ਾਹ ਨੂੰ ਦੱਸੀ ਹੈ, ਤੇ ਕਹਿਣ ਲੱਗੇ ਹੇ ਬਾਦਸ਼ਾਹ, ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਨਾ ਜਾਓ, ਤੇ ਜਿੰਨਾ ਤੁਸੀਂ ਚਾਹੁੰਦੇ ਹੋ ਲਸ਼ਕਰ ਇਕੱਠਾ ਕਰਕੇ ਬਹੁਤ ਵੱਡੀ ਸੈਨਾ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਰੁੱਧ ਭਾਵੇਂ ਭੇਜ ਦੇਵੋ ਜੀ। ਤੇ ਬਾਕੀ ਜ਼ਿਆਦਾ ਵੀ ਵੱਡਾ ਦਲ ਜਿਹੜਾ ਹੈ, ਬਹੁਤ ਸਾਰੀਆਂ ਤੋਪਾਂ ਤੇ ਵੱਡਾ ਜਿਹੜਾ ਅਸਲਾ ਹੈ, ਇੰਨੀ ਵੀ ਤਗੜੀ ਤਿਆਰੀ ਤੇ ਇੰਨੀ ਵੀ ਵੱਡੀ ਫੌਜ ਦੀ ਕੋਈ ਲੋੜ ਨਹੀਂ ਹੈ। ਬਹੁਤ ਤੋਪਨ ਕੋ ਨਹੀਂ ਪਠਾਵੋ, ਜ਼ਿਆਦੀਆਂ ਤੋਪਾਂ ਜ਼ਿਆਦੇ ਗੋਲੇ ਬਾਰੂਦ ਭੇਜਣ ਦੀ ਕੋਈ ਜ਼ਰੂਰਤ ਨਹੀਂ ਹੈ। ਤੇ ਕਹਿਣ ਲੱਗੇ ਥੋੜੀ ਸੈਨਾ ਭੇਜੋ, ਥੋੜਾ ਤੋਪਾਂ ਤੇ ਕੁਝ ਜਿਹੜੇ ਜਵਾਨ ਵੱਡੇ ਜਿਹੜੇ ਬਲੀ ਉਹ ਭੇਜ ਦਵੋ ਜੀ। ਤੇ ਇੱਕ ਨੰਗੀ ਤਲਵਾਰ ਕੱਢ ਕੇ ਇੱਥੇ ਸਾਹਮਣੇ ਰੱਖ ਦਵੋ ਜੀ। ਤੇ ਜੰਗ ਦੇ ਮੈਦਾਨ ਦੇ ਵਿੱਚ ਜਾਣ ਵਾਸਤੇ ਐਲਾਨ ਕਰੋ, ਕਿਹੜਾ ਬਹਾਦਰ ਜਰਨੈਲ ਅੱਗੇ ਆਏਗਾ, ਤਲਵਾਰ ਚੁੱਕ ਕੇ ਜੰਗ ਦੇ ਮੈਦਾਨ ਦੇ ਵਿੱਚ ਜਾਏਗਾ, ਪ੍ਰਣ ਕਰੇਗਾ, ਵਾਅਦਾ ਕਰੇਗਾ ਕਿ ਮੈਂ ਛੇਵੇਂ ਪਾਤਸ਼ਾਹ ਜੀ ਨੂੰ ਜਿੱਤ ਕੇ ਵਾਪਸ ਪਰਤਾਂਗਾ। ਕਹਿਣ ਲੱਗੇ ਇਹ ਪੁੱਛੋ, ਨੰਗੀ ਤੇਕ ਰਖਾਵੋ ਵੀਰਾ, ਆਨ ਉਠਾਵੇ ਜੋ ਬਲ ਵੀਰਾ। ਜਿਹੜਾ ਕੋਈ ਵੱਡਾ ਜਰਨੈਲ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਲੱਗ ਕੇ ਜਾਣਾ ਚਾਹੁੰਦਾ ਛੇਵੇਂ ਪਾਤਸ਼ਾਹ ਜੀ ਦੇ ਵਿਰੁੱਧ, ਇਹ ਸਲਾਹ ਤੁਸੀਂ ਆਪਣੀ ਜਿਹੜੇ ਅਹਿਲਕਾਰ ਇਹਨਾਂ ਤੋਂ ਲਵੋ ਜੀ। ਤੇ ਜਿਹਦੀ ਇੱਛਾ ਹੋਵੇ ਉਹ ਵੱਡੀ ਜਿਹੜੀ ਸੈਨਾ ਲੈ ਕਰਕੇ ਸਤਿਗੁਰਾਂ ਦੇ ਵਿਰੁੱਧ ਜਾਵੇ। ਜਾਂ ਤਾਂ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਲੜੇ, ਮਰੇ, ਮਾਰੇ, ਬਹਾਦਰੀ ਦੇ ਨਾਲ ਪਿੱਠ ਦੇ ਕੇ ਜੰਗ ਦੇ ਮੈਦਾਨ ਦੇ ਵਿੱਚੋਂ ਦੌੜੇ ਨਾ। ਵਾਅਦਾ ਲੈ ਕਰਕੇ ਬਾਦਸ਼ਾਹ ਕੋਈ ਵੱਡਾ ਜਰਨੈਲ ਭੇਜ ਦਵੋ, ਤੇ ਉਹਦੇ ਪਿੱਛੇ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਜਿੰਨੀ ਕੋ ਫੌਜ, ਜਿਹੜੇ ਜਿਹੜੇ ਜਰਨੈਲ, ਉਸੇ ਤਰ੍ਹਾਂ ਭੇਜ ਦਵੋ ਜੀ।
हे ਬਾਦਸ਼ਾਹ ਤੁਸੀਂ ਤਾਂ ਸਾਰੀ ਧਰਤੀ ਦੇ ਇਹਨਾਂ ਦੇਸ਼ਾਂ ਦੇ ਖੁਦ ਮਾਲਕ ਹੋ। ਤੇ ਬਾਦਸ਼ਾਹ ਨੇ ਆਪਣੇ ਅਹਿਲਕਾਰ ਵਜ਼ੀਰ ਖਾਨ ਤੇ ਜਿਹੜੇ ਹੋਰ ਸਲਾਹਕਾਰ ਸਨ ਉਹਨਾਂ ਸਾਰਿਆਂ ਦੀਆਂ ਗੱਲਾਂ ਬੜੀਆਂ ਧਿਆਨ ਦੇ ਨਾਲ ਸੁਣੀਆਂ ਹਨ। ਤੇ ਬਾਦਸ਼ਾਹ ਗੰਭੀਰ ਹੋਇਆ ਹੈ, ਸੋਚੀ ਪਿਆ ਹੈ ਤੇ ਉਹਨਾਂ ਦੀ ਸਹੀ ਗੱਲ ਜਾਣਦਿਆਂ ਹੋਇਆਂ ਬਾਦਸ਼ਾਹ ਨੇ ਉਹਨਾਂ ਦੀ ਸਲਾਹ ਮੰਨ ਲਈ ਹੈ। ਤੇ ਕੁਝ ਜਿਹੜੇ ਸੈਨਾਪਤੀ ਬਹੁਤ ਇਸ ਵੇਲੇ ਮੰਨੇ ਹੋਏ ਸਨ ਉਹਨਾਂ ਸਾਰਿਆਂ ਨੂੰ ਬਾਦਸ਼ਾਹ ਨੇ ਹੁਕਮ ਭੇਜ ਕੇ ਇਕੱਠੇ ਕੀਤਾ ਹੈ। ਤੇ ਬਾਦਸ਼ਾਹ ਦਾ ਹੁਕਮ ਸੁਣਦਿਆਂ ਸਾਰੀ ਵੱਡੇ ਜਰਨੈਲ ਸਭਾ ਦੇ ਵਿੱਚ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋ ਗਏ ਹਨ। ਤੇ ਉਸ ਵੇਲੇ ਵੱਡੀ ਜਿਹੜੀ ਸਭਾ ਹੈ ਜਰਨੈਲਾਂ ਦੇ ਨਾਲ, ਯੋਧਿਆਂ, ਬਹਾਦਰਾਂ ਦੇ ਨਾਲ ਭਰੀ ਪਈ ਹੈ। ਤੇ ਉਸ ਵੇਲੇ ਬਹੁਤ ਬਲਵਾਨ ਤੇ ਬੜੇ ਹੰਕਾਰੀ ਇਹ ਸੂਰਮੇ ਕਈ ਤਗੜੀਆਂ ਸੈਨਾ ਲੈ ਕਰਕੇ ਇਹ ਜੰਗ ਦੇ ਮੈਦਾਨ ਦੇ ਵਿੱਚ ਜਿੱਤਾਂ ਪ੍ਰਾਪਤ ਕਰ ਚੁੱਕੇ ਹਨ। ਗਨ ਉਮਰਾਵ ਵੱਡੇ ਹੰਕਾਰੀ, ਇਹਨਾਂ ਦੇ ਮਨ ਦੇ ਵਿੱਚ ਆਪਣੀ ਸ਼ਕਤੀ ਦਾ ਬਹੁਤ ਵੱਡਾ ਹੰਕਾਰ ਹੈ। ਤੇ ਕਹਿਣ ਲੱਗੇ ਉਸ ਵੇਲੇ ਬਾਦਸ਼ਾਹ ਨੇ ਫਿਰ ਤਲਵਾਰ ਬੇਮਿਆਨ ਕਰਕੇ ਤੇ ਕਹਿਣ ਲੱਗੇ ਤਬੇ ਸ਼ਾਹੋ ਤਲਵਾਰ ਨਿਕਾਰੀ ਅਤਾਂ ਕੀਤੀ ਹੈ। ਤੇ ਫਿਰ ਬਾਅਦ ਵਿੱਚ ਅੱਗੇ ਰੱਖ ਦਿੱਤੀ ਹੈ ਤੇ ਕੁਝ ਪਾਨ ਕੁਝ ਬੀੜਾ ਕੋਲ ਰੱਖ ਦਿੱਤਾ ਹੈ। ਤੇ ਉੱਥੇ ਇੱਕ ਫਿਰ ਦਰਬਾਰੀ ਖੜਾ ਹੈ, ਖਰੋ ਅਰਜ ਬੇਗੀ ਤਿਸ ਥਨ ਹੈ। ਉੱਚੀ ਸਾਰੀ ਆਵਾਜ਼ ਦੇਣ ਵਾਲਾ ਇੱਕ ਹਲਕਾਰਾ ਉੱਥੇ ਖੜਾ ਹੈ। ਤੇ ਉਸਨੇ ਸਭਾ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ, ਜਿਹਦਾ ਨਾਮ ਇਤਿਹਾਸ ਦੇ ਵਿੱਚ ਸਲਾਬਤ ਖਾਨ ਹੈ, ਇਹਨੇ ਉੱਚੀ ਸਾਰੇ ਸੂਰਮਿਆਂ ਨੂੰ, ਯੋਧਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਗੱਲ ਕਹੀ ਹੈ। ਤੇ ਸਾਰਿਆਂ ਨੂੰ ਸੁਣਾਉਂਦਿਆਂ ਹੋਇਆਂ ਇਸ ਤਰ੍ਹਾਂ ਇਹ ਲਗਾਤਾਰ ਬੋਲ ਰਿਹਾ ਸੀਗਾ। ਕਹਿਣ ਲੱਗੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਬਾਦਸ਼ਾਹ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। ਬਾਦਸ਼ਾਹ ਦੀ ਹਾਰ ਨਹੀਂ ਹੋਣੀ ਚਾਹੀਦੀ ਹੈ। ਕਿਹੜਾ ਕੋਈ ਸੂਰਮਾ ਹੈ ਜਿਹੜਾ ਵੱਡਾ ਦਲ ਲੈ ਕੇ ਜਾਏਗਾ ਤੇ ਗਹਿ ਆਨੋ ਕੈ ਰਣ ਮੈਂ ਮਾਰੋ, ਜਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਬੰਦੀ ਬਣਾ ਕੇ ਤੇ ਬਾਦਸ਼ਾਹ ਦੇ ਸਾਹਮਣੇ ਲਿਆ ਕੇ ਪੇਸ਼ ਕਰੇ ਤੇ ਜਾਂ ਜੰਗ ਦੇ ਮੈਦਾਨ ਦੇ ਵਿੱਚ ਖਤਮ ਕਰ ਦਵੇ। ਗਹਿ ਆਨੋ ਕੈ ਰਣ ਮੈਂ ਮਾਰੋ, ਕਿਹੜਾ ਐਸਾ ਬਲੀ ਹੈ, ਬਹਾਦਰ ਹੈ ਯੋਧਾ ਜਿਹੜਾ ਸਾਹਮਣੇ ਆਏਗਾ। ਤੇ ਕਿਹੜਾ ਇਹ ਮਨ ਦੇ ਵਿੱਚ ਇਹ ਗੱਲ ਹੈ ਕਿਹਦੇ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਵੱਡਾ ਬਲੀ ਹਾਂ। ਕਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੁਕਾਬਲਾ ਕਰਨ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਜਾਣ ਦੀ ਜੁਰਤ ਰੱਖਦਾ ਹੈ ਔਰ ਆਪਣੇ ਆਪ ਨੂੰ ਬਲੀ ਸਮਝਦਾ ਹੈ। ਆ ਤਲਵਾਰ ਪਈ ਹੈ ਤੇ ਇਸ ਨੂੰ ਕੋਈ ਉੱਠ ਕੇ ਪਕੜੇ ਤੇ ਐਲਾਨ ਕਰੇ ਜੀ। ਤੇ ਕਹਿਣ ਲੱਗੇ ਤਲਵਾਰ ਪਕੜ ਲਵੇ ਤੇ ਇਹ ਜਿਹੜਾ ਪਾਨ ਹੈ ਇਹ ਮੂੰਹ ਦੇ ਵਿੱਚ ਚਬਾਵੇ। ਕਿ ਉਸ ਵੇਲੇ ਇਹਨਾਂ ਦਾ ਇੱਕ ਵਿਸ਼ਵਾਸ ਸੀਗਾ, ਇਹ ਇਸ ਤਰ੍ਹਾਂ ਇੰਝ ਕਹਿ ਲਓ ਕਿ ਵਾਅਦਾ ਕਰਦੇ ਸਨ ਇੱਕ, ਕਿ ਹੱਥ ਦੇ ਵਿੱਚ ਤਲਵਾਰ ਪਕੜ ਕੇ ਮੂੰਹ ਦੇ ਵਿੱਚ ਪਾਨ ਪਾ ਕਰਕੇ ਤੇ ਪ੍ਰਣ ਕਰਿਆ ਕਰਦੇ ਸਨ, ਕਸਮ ਲਿਆ ਕਰਦੇ ਸਨ। ਕਹਿਣ ਲੱਗੇ ਕਿ ਭਾਈ ਹੁਣ ਆਪ ਪਾਨ ਚਬਾ ਕੇ ਤੇ ਹੱਥ ਦੇ ਵਿੱਚ ਨੰਗੀ ਤਲਵਾਰ ਪਕੜ ਕੇ ਕਿਹੜਾ ਹੈ ਤੁਹਾਡੇ ਵਿੱਚੋਂ ਜਿਹੜਾ ਐਲਾਨ ਕਰੇਗਾ ਕਿ ਮੈਂ ਸਤਿਗੁਰਾਂ ਨੂੰ ਖਤਮ ਕਰਾਂਗਾ ਜਾਂ ਗ੍ਰਿਫਤਾਰ ਕਰਾਂਗਾ। ਭਾਈ ਉਠੋ ਜੀ। ਤੇ ਕਹਿਣ ਲੱਗੇ ਜਿਹੜੇ ਜਿਹੜੇ ਉੱਥੇ ਸੂਰਮੇ ਬਲੀ ਮਹਾਨ ਬੈਠੇ ਸਨ ਉਸ ਵੇਲੇ, ਬਹੁਤ ਸਾਰੇ ਐਸੇ ਸਨ ਗੁਰ ਪ੍ਰਤਾਪ ਕੋ ਜਾਣਤ ਜੇਈ, ਜਿਹੜੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਤਾਪ ਨੂੰ ਜਾਣਦੇ ਸਨ।
ਤੇ ਉਹਨਾਂ ਦੀਆਂ ਨੀਵੀਆਂ ਪੈ ਗਈਆਂ, ਉਹਨਾਂ ਦੇ ਨੇਤਰ ਝੁਕ ਗਏ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਹੁਣ ਕੌਣ ਜਾਏਗਾ। ਉਸ ਵੇਲੇ ਉਹ ਸਾਰੇ ਇੱਕ ਦੂਜੇ ਵੱਲ ਦੇਖਣ ਲੱਗ ਪਏ। ਠਾਂਡੇ ਧਾਰ ਤੂਸ਼ਨੀ ਤੇਈ ਕਹਿਣ ਲੱਗੇ, ਉਹ ਠੰਡੇ ਹੋ ਗਏ ਤੇ ਨੇਤਰ ਉਹਨਾਂ ਦੇ ਨੀਵੇਂ ਹੋ ਗਏ ਤੇ ਕੁਝ ਸਮਾਂ ਸ਼ਾਂਤ ਹੋ ਗਏ, ਚੁੱਪ ਹੋ ਗਏ। ਕਿਉਂਕਿ ਬਾਦਸ਼ਾਹ ਦੀ ਇੱਕ ਵਾਰੀ ਪਹਿਲਾਂ ਫੌਜ ਕੁਝ ਕੁ ਸਮਾਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਰੁੱਧ ਗਈ ਸੀਗੀ। ਉਹਦੇ ਵਿੱਚੋਂ 1000 ਕੁ ਬੰਦਾ ਬਚਿਆ ਸੀਗਾ, ਬਾਕੀ ਸਾਰੇ ਖਤਮ ਕਰ ਦਿੱਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਪਹਿਲਾਂ ਵੀ ਇੱਕ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਲਾਹੌਰ ਤੋਂ ਆਈ ਹੋਈ ਫੌਜ ਦਾ ਬਹੁਤ ਵੱਡਾ ਯੁੱਧ ਹੋ ਚੁੱਕਾ ਹੈ। ਪਹਿਲਾ ਯੁੱਧ ਜਿਹੜਾ 6ਵੇਂ ਪਾਤਸ਼ਾਹ ਜੀ ਨੇ ਲੜਿਆ ਸੀਗਾ। ਇਸ ਕਰਕੇ ਜਿਹੜੇ ਬਚੇ ਹੋਏ ਸਨ ਉਹਨਾਂ ਨੇ ਜਾ ਕੇ ਸਾਰਾ ਕੁਝ ਦੱਸਿਆ ਸੀਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੋਈ ਛੋਟਾ ਮੋਟਾ ਅਹਿਲਕਾਰ ਯੋਧਾ ਨਾ ਸਮਝਿਓ, ਉਹਦਾ ਇੱਕ ਜਿਹੜਾ ਜਰਨੈਲ ਹੈ ਬਹੁਤ ਵੱਡਾ ਬਲ ਰੱਖਦਾ ਹੈ। ਇਹ ਉਦੋਂ ਦੇ ਡਰੇ ਹੋਏ ਸਨ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਕਰਾਮਾਤਾਂ ਵੀ ਹਨ, ਉਹਨਾਂ ਦੇ ਕੋਲ ਬਹੁਤ ਵੱਡੀਆਂ ਅਜ਼ਮਤਾਂ ਹਨ। ਨਹੀਂ ਤੇ ਨਵੇਂ ਜੇ ਜਰਨੈਲਾਂ ਦੇ ਨਾਲ, ਨਵੀਂ ਜੀ ਸੈਨਾ ਦੇ ਨਾਲ ਇੱਕ ਵਿਰਾਸਤੀ ਸੈਨਾ ਨੂੰ ਹਰਾ ਦੇਣਾ, ਇਹ ਕੋਈ ਆਮ ਸਧਾਰਨ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਇਸ ਕਰਕੇ ਇਹ ਪਹਿਲਾਂ ਸਾਰਾ ਕੁਝ ਜਾਣਦੇ ਸਨ, ਪਹਿਲਾਂ ਯੁੱਧ ਹੋ ਚੁੱਕਾ ਹੈ। ਇਹ ਜਿਹੜੇ ਜਰਨੈਲ ਸਨ, ਜਿਉਂ ਹੀ ਇਹਨਾਂ ਨੇ ਇਹ ਗੱਲ ਸੁਣੀ ਹੈ, ਇੱਕ ਵਾਰੀ ਇਹਨਾਂ ਦੇ ਨੇਤਰ ਝੁਕ ਗਏ ਹਨ ਤੇ ਪਹਿਲੇ ਯੁੱਧ ਦੇ ਵਿੱਚ 6ਵੇਂ ਪਾਤਸ਼ਾਹ ਜੀ ਨੇ ਔਰ ਸਤਿਗੁਰਾਂ ਦੇ ਜਰਨੈਲਾਂ ਨੇ ਅੱਗੇ ਹੋ ਕੇ ਇਹਨਾਂ ਦੇ ਦਲਾਂ ਨੂੰ ਚੀਰਿਆ ਸੀਗਾ। ਤੇ ਕਹਿਣ ਲੱਗੇ ਜਿਨ੍ਹਾਂ ਨੇ ਤਾਂ ਸੁਣਿਆ ਸੀਗਾ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਲ ਨੂੰ, ਉਹਨਾਂ ਦੇ ਅੰਦਰ ਜੁਰਤ ਨਹੀਂ ਪੈਦਾ ਹੋਈ, ਉਹ ਨਹੀਂ ਉੱਠੇ ਹਨ। ਤੇ ਕਹਿਣ ਲੱਗੇ ਇਸ ਵੇਲੇ ਫਿਰ ਇੱਕ ਲੱਲਾ ਬੇਗ ਕਾਬਲ ਦਾ ਹਾਕਮ ਸੀਗਾ, ਕਾਬਲ ਵਾਲੇ ਪਾਸਿਓਂ ਚੱਲ ਕੇ ਆਇਆ ਸੀਗਾ। ਉਹਦੇ ਮਨ ਦੇ ਵਿੱਚ ਬਹੁਤ ਵੱਡਾ ਹੰਕਾਰ ਸੀਗਾ ਕਿ ਸ਼ਾਇਦ ਵੱਡੀ ਸੈਨਾ ਲੈ ਕਰਕੇ ਮੈਂ ਜਾਵਾਂਗਾ ਤੇ ਲੜਨਾ ਤਾਂ ਸੈਨਾ ਨਹੀਂ ਹੈ, ਬਹੁਤ ਵੱਡੇ ਜਰਨੈਲ ਤੇ ਭਾਰੀ ਅਸਲਾ ਮੈਂ ਲੈ ਕੇ ਜਾਵਾਂਗਾ ਤੇ ਜਿੱਤ ਪ੍ਰਾਪਤ ਕਰ ਲਵਾਂਗਾ। ਇਹਦੇ ਮਨ ਦੇ ਵਿੱਚ ਬਹੁਤ ਵੱਡਾ ਹੰਕਾਰ ਹੈ, ਇਹ ਉੱਠਿਆ ਹੈ। ਇਹਨੇ ਬਾਦਸ਼ਾਹ ਦੇ ਸਾਹਮਣੇ ਜਾ ਕਰਕੇ ਤਲਵਾਰ ਪਕੜ ਕੇ ਤੇ ਆਪਣੀ ਮਿਆਨ ਦੇ ਵਿੱਚ ਪਾ ਲਈ ਹੈ। ਤੇ ਜਿਹੜਾ ਪਾਨ ਬੀੜਾ ਪਿਆ ਹੈ ਉਹਨੂੰ ਮੂੰਹ ਦੇ ਵਿੱਚ ਇਹਨੇ ਚਬਾਇਆ ਹੈ। ਤੇ ਕਹਿਣ ਲੱਗੇ ਕਿ ਪਹਿਲਾਂ ਜਿਹੜੇ ਘੋੜੇ ਪ੍ਰਥਮ ਜੋ ਹੈ ਕਾਬਲ ਤੇ ਲਿਆਇਓ। ਪਹਿਲਾਂ ਇਹ ਜਿਹੜੇ ਘੋੜੇ ਜਦੋਂ ਗੁਰੂ ਕਾ ਸਿੱਖ ਕਾਬਲ ਵਾਲੇ ਪਾਸਿਓਂ ਉਹ ਘੋੜੇ ਜਿਹੜੇ ਬਾਬਾ ਬਿਧੀ ਚੰਦ ਜੀ ਲੈ ਕੇ ਗਏ ਹਨ, ਇਹ ਘੋੜੇ ਜਦੋਂ ਕਾਬਲ ਤੋਂ ਆ ਰਹੇ ਸਨ ਤੇ ਗੁਰੂ ਕੇ ਪਿਆਰੇ ਸਿੱਖ ਭਾਵੇਂ ਬੜੇ ਧਿਆਨ ਦੇ ਨਾਲ ਤੇ ਛੁਪਾ ਕਰਕੇ ਇਹ ਕੀਮਤੀ ਤੇਜ ਘੋੜੇ ਲੈ ਕੇ ਆ ਰਹੇ ਸਨ। ਪਰ ਇਸ ਨੂੰ ਪਤਾ ਲੱਗ ਗਿਆ ਕਿ ਬਹੁਤ ਸੁੰਦਰ ਤੇ ਗੁਣੀ ਤੇਜ ਘੋੜੇ ਜਾ ਰਹੇ ਹਨ। ਔਰ ਇਹਨੇ ਇੱਕ ਪੱਤਰ ਲਿਖ ਕੇ ਸੁਚੇਤ ਕਰ ਦਿੱਤਾ ਸੀ ਲਾਹੌਰ ਵਾਲੇ ਪਾਸੇ ਕਿ ਇੱਧਰੋਂ ਕਾਬਲ ਤੋਂ ਬਹੁਤ ਕੀਮਤੀ ਤੇਜ ਘੋੜੇ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਜਾ ਰਹੇ ਹਨ। ਇਹਨੇ ਪਹਿਲਾਂ ਹੀ ਅਹਿਲਕਾਰਾਂ ਨੂੰ, ਬਾਦਸ਼ਾਹ ਦੇ ਅਹਿਲਕਾਰਾਂ ਨੂੰ ਇੰਨੇ ਸੁਚੇਤ ਕੀਤਾ ਸੀਗਾ ਤੇ ਇਹਦੇ ਕੋਲੋਂ ਖਬਰ ਲੈ ਕਰਕੇ ਹੀ ਅੱਗੇ ਆ ਕਰਕੇ ਗੁਰੂ ਕੇ ਸਿੱਖਾਂ ਦੇ ਕੋਲੋਂ ਫਿਰ ਇਹ ਘੋੜੇ ਖੋਏ ਗਏ ਸਨ ਬਾਦਸ਼ਾਹ ਦੇ ਅਹਿਲਕਾਰਾਂ ਦੇ ਵੱਲੋਂ। ਇਹਨੇ ਪਹਿਲਾਂ ਵੀ ਇੱਕ ਬਹੁਤ ਵੱਡਾ ਇਹ ਗੁਨਾਹ ਕੀਤਾ ਹੈ। ਪਰ ਹੁਣ ਮੌਤ ਇਹਨੂੰ ਆਵਾਜ਼ਾਂ ਮਾਰਦੀ ਹੈ। ਹਤਨ ਹੇਤ ਇਸ ਕੀ ਮਤ ਪ੍ਰੇਰੀ, ਮੌਤ ਇਹਨੂੰ ਖਿੱਚ ਕੇ ਜੰਗ ਦੇ ਮੈਦਾਨ ਦੇ ਵਿੱਚ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਲੇ ਪਾਸੇ ਲਿਜਾ ਰਹੀ ਹੈ। ਇਸ ਕਰਕੇ ਭਰੀ ਸਭਾ ਦੇ ਵਿੱਚ ਉੱਠ ਕੇ ਤੇ ਜਾ ਕੇ ਤਲਵਾਰ ਪਕੜੀ ਹੈ ਤੇ ਬਾਦਸ਼ਾਹ ਨੇ ਦੇਖਿਆ ਹੈ ਕਿ ਜਿਹੜੀ ਤਲਵਾਰ ਰੱਖੀ ਸੀ ਇਸ ਯੋਧੇ ਨੇ ਉਠਾਈ ਹੈ ਤੇ ਬਾਦਸ਼ਾਹ ਨੇ ਇੱਕ ਜਿਹੜੀ ਪਗੜੀ ਹੈ
ਉਹ ਵੀ ਇਸ ਜਰਨੈਲ ਨੂੰ ਦਿੱਤੀ ਹੈ। ਕੰਚਨ ਲਿਪਤ ਜਰੇ ਵਿੱਚ ਹੀਰੇ। ਤੇ ਇੱਕ ਕੁਝ ਜਿਹੜੇ ਸ਼ਾਸਤਰ ਹਨ ਜਿਨ੍ਹਾਂ ਦੇ ਉੱਪਰ ਬਹੁਤ ਕੀਮਤੀ ਰਤਨ ਹੀਰੇ ਲਾਲ ਜੜੇ ਹੋਏ ਸਨ, ਜਿਹੜੇ ਬਾਦਸ਼ਾਹ ਦੇ ਆਪਣੇ ਸਨ। ਦਈ ਤਫੰਗ ਕਹੇ ਬਚ ਧੀਰੇ। ਤੇ ਇੱਕ ਤਫੰਗ, ਇੱਕ ਤੇਜ ਬੰਦੂਕ ਜਿਹਦਾ ਨਿਸ਼ਾਨਾ ਬੜਾ ਪੱਕਾ ਹੈ, ਜਿਹਦੇ ਉੱਪਰ ਕਈ ਤਰ੍ਹਾਂ ਦੇ ਕੀਮਤੀ ਰਤਨ ਜੜੇ ਹੋਏ ਹਨ। ਤੇ ਇੱਕ ਬਹੁਤ ਤੇਜ ਕੀਮਤੀ ਘੋੜਾ ਜਿਹੜਾ ਹੈ, ਬਾਦਸ਼ਾਹ ਨੇ ਕੁਝ ਕੁ ਚੀਜ਼ਾਂ, ਇਹ ਜਿਹੜਾ ਜਰਨੈਲ ਤਿਆਰ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਰੁੱਧ, ਇਹਨੂੰ ਖੁਸ਼ ਕਰਨ ਵਾਸਤੇ, ਇਹਦਾ ਹੌਸਲਾ ਵਧਾਉਣ ਵਾਸਤੇ ਬਾਦਸ਼ਾਹ ਨੇ ਕੁਝ ਆਪਣੀਆਂ, ਇੱਕ ਤਾਂ ਤਲਵਾਰ ਕੱਢ ਕੇ ਦਿੱਤੀ ਹੈ, ਔਰ ਇੱਕ ਕੁਝ ਕੁ ਹੋਰ ਜਿਹੜਾ ਕੀਮਤੀ ਸਮਾਨ ਹੈ ਇਸ ਜਰਨੈਲ ਨੂੰ ਦਿੱਤਾ ਹੈ। ਇੱਕ ਬਹੁਤ ਤੇਜ਼ ਘੋੜਾ ਪੇਸ਼ ਕੀਤਾ ਗਿਆ ਹੈ। ਕੰਚਨ ਕਟਕ ਜਵਾਹਰ ਸੰਗ। ਔਰ ਉਸ ਘੋੜੇ ਦੀ ਜਿਹੜੀ ਕਾਠੀ ਹੈ ਉਹਦੇ ਉੱਪਰ ਵੀ ਬਹੁਤ ਸੁੰਦਰ ਕਾਠੀ ਹੈ ਤੇ ਕੀਮਤੀ ਰਤਨ ਜੜੇ ਹੋਏ ਹਨ। ਕਲਗੀ ਜਗਾ ਬਖਸ਼ ਕਰ ਜੀਨ। ਔਰ ਇੱਕ ਕੀਮਤੀ ਜਿਹੜੀ ਕਲਗੀ ਹੈ, ਵੱਡੇ ਅਹਿਲਕਾਰ ਵਜ਼ੀਰ ਤੇ ਬਾਦਸ਼ਾਹ ਜਿਹੜੇ ਲਾਉਂਦੇ ਸਨ, ਉਹ ਵੀ ਬਾਦਸ਼ਾਹ ਨੇ ਇਹ ਬਖਸ਼ੀ ਹੈ, ਇਹ ਦਿੱਤੀ ਹੈ। ਕਿਉਂਕਿ ਕਈ ਵਾਰ ਬਾਦਸ਼ਾਹ ਆਪਣਾ ਜਿਹੜਾ ਸ਼ਸਤਰ ਹੈ ਉਹ ਜਦੋਂ ਦਿੰਦਾ ਸੀ, ਉਹਦਾ ਮਤਲਬ ਇਹ ਹੁੰਦਾ ਸੀਗਾ ਕਿ ਬਾਦਸ਼ਾਹ ਦੀ ਜਿਹੜੀ ਸੈਨਾ ਹੈ, ਉਹ ਬਾਦਸ਼ਾਹ ਨੇ ਆਪਣਾ ਕੋਈ ਸ਼ਸਤਰ ਦੇ ਕੇ ਭੇਜਿਆ ਹੈ, ਅਤੇ ਸੈਨਾ ਸਾਰੀ ਜਿਹੜੀ ਜਰਨੈਲ ਹੈ, ਇਹ ਇਸ ਜਰਨੈਲ ਨੂੰ ਹੁਣ ਬਾਦਸ਼ਾਹ ਦੀ ਤਰ੍ਹਾਂ ਹੀ ਸਮਝਣ। ਜਦੋਂ ਕੋਈ ਆਪਣੀ ਨਿਸ਼ਾਨੀ ਕੋਈ ਦੇ ਦਿੱਤੀ ਜਾਂਦੀ ਹੈ, ਹੁਣ ਇਹਦੇ ਥੱਲੇ ਇਹਦੇ ਹੁਕਮ ਦੇ ਵਿੱਚ ਚੱਲਣ ਔਰ ਜਿੱਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ, ਜਿਸ ਤਰ੍ਹਾਂ ਇਹ ਕਹੇਗਾ। ਬਾਦਸ਼ਾਹ ਨੇ ਕੁਛ ਆਪਣੀਆਂ ਖਾਸ ਜਿਹੜੀਆਂ ਨਿਸ਼ਾਨੀਆਂ ਇਸ ਜਰਨੈਲ ਨੂੰ ਦਿੱਤੀਆਂ ਹਨ। ਤੇ ਬਹੁਤ ਵੱਡਾ ਜਿਹੜਾ ਯੁੱਧ ਹੋਣਾ ਹੈ, ਉਹਦੇ ਵਾਸਤੇ ਇਸ ਜਰਨੈਲ ਨੂੰ ਖੁਸ਼ ਕੀਤਾ ਗਿਆ ਹੈ। ਕਹਿਣ ਲੱਗੇ, ਹੇ ਲੱਲਾ ਬੇਗ, ਹੁਣ ਜਿੰਨਾ ਤੈਨੂੰ ਲਸ਼ਕਰ ਚਾਹੀਦਾ ਹੈ, ਦਲ ਚਾਹੀਦਾ ਹੈ, ਜਿੰਨੀ ਵੱਡੀ ਸੈਨਾ ਚਾਹੀਦੀ ਹੈ, ਮੂੰਹ ਮੰਗ ਓਨੀ ਸੈਨਾ ਦਿੱਤੀ ਜਾਵੇਗੀ। ਪਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੰਗ ਦੇ ਮੈਦਾਨ ਦੇ ਵਿੱਚੋਂ ਜਾਣ ਨਹੀਂ ਦੇਣਾ ਹੈ। ਕਹਿਣ ਲੱਗੇ, ਜਾਣ ਨਾ ਦੀਜੈ ਬਿਨ ਅਰ ਮਾਰੇ, ਜਾਂ ਤਾਂ ਸਤਿਗੁਰਾਂ ਨੂੰ ਪਕੜ ਲੈਣਾ ਹੈ ਤੇ ਜਾਂ ਮਾਰ ਦੇਣਾ, ਖਤਮ ਕਰ ਦੇਣਾ, ਟੋਟੇ ਟੋਟੇ ਕਰ ਦੇਣਾ, ਪਰ ਜੰਗ ਦੇ ਮੈਦਾਨ ਦੇ ਵਿੱਚੋਂ ਛੇਵੇਂ ਪਾਤਸ਼ਾਹ ਜੀ ਭੱਜਣੇ ਨਹੀਂ ਚਾਹੀਦੇ ਹਨ। ਪਰ ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੂੰ ਜਾ ਕੇ ਪਕੜ ਲਿਆਵੇਂਗਾ ਤੇ ਕਹਿਣ ਲੱਗੇ, ਜੇ ਇਸ ਤਰ੍ਹਾਂ ਲੱਗਿਆ ਕਿ ਛੇਵੇਂ ਪਾਤਸ਼ਾਹ ਜੀ ਸਾਡੀ ਗ੍ਰਿਫਤ ਦੇ ਵਿੱਚ ਆ ਸਕਦੇ ਹਨ, ਜਿਉਂਦੇ ਪਕੜੇ ਜਾ ਸਕਦੇ ਹਨ, ਤੇ ਬਾਦਸ਼ਾਹ ਨੇ ਆਖਿਆ, ਪੁੰਨ ਮਾਰਨ ਕੈ ਨਾਹਨ ਬਾਂਛੈ। ਜੇ ਉਹ ਜਿਉਂਦੇ ਪਕੜੇ ਜਾ ਸਕਦੇ ਹੁਣ, ਫਿਰ ਮਾਰਨ ਦੀ ਕੋਸ਼ਿਸ਼ ਨਹੀਂ ਕਰਨੀ। ਮਾਰਨਾ ਤਾਂ ਹੈ ਜੇ ਕੋਈ ਹੋਰ ਹੀਲਾ ਵਸੀਲਾ ਨਾ ਚੱਲੇ, ਪਰ ਜੇ ਉਹ ਜਿਉਂਦੇ ਕਾਬੂ ਆ ਜਾਣ, ਇਸ ਤੋਂ ਵੱਡੀ ਚੰਗੀ ਗੱਲ ਨਹੀਂ ਹੋ ਸਕਦੀ ਹੈ। ਤੇ ਪਹਿਲਾਂ ਜਾ ਕਰਕੇ ਉਹਨਾਂ ਦੀ ਸੈਨਾ ਖਤਮ ਕਰਕੇ ਚਾਰੇ ਪਾਸਿਓਂ ਛੇਵੇਂ ਪਾਤਸ਼ਾਹ ਜੀ ਨੂੰ ਘੇਰਾ ਪਾ ਲਿਆ ਜਾਵੇ। ਤੇ ਸਾਰੇ ਮਿਲ ਕੇ ਇੱਕ ਇਕੱਠਾ ਹੱਲਾ ਕਰੋ ਤੇ ਛੇਵੇਂ ਪਾਤਸ਼ਾਹ ਜੀ ਨੂੰ ਜਾ ਕੇ ਪਕੜ ਲਿਆਵੋ ਜੀ। ਤੇ ਕਹਿਣ ਲੱਗੇ, ਹੇ ਲੱਲਾ ਬੇਗ, ਜੇ ਕਿਤੇ ਛੇਵੇਂ ਪਾਤਸ਼ਾਹ ਜੀ ਨੂੰ ਤੂੰ ਜਿਉਂਦਾ ਪਕੜ ਕੇ ਲੈ ਆਵੇਂ, ਜੇ ਆਨੇ ਮਨਸਬ ਲਿਹੋ ਦੂਣਾ। ਕਹਿਣ ਲੱਗੇ, ਫਿਰ ਜਿਹੜਾ ਤੇਰਾ ਇਨਾਮ ਹੋਏਗਾ ਉਹ ਅਸੀਂ ਦੂਣਾ ਕਰ ਦੇਵਾਂਗੇ, ਜੇ ਸਤਿਗੁਰਾਂ ਨੂੰ ਇਸ ਢੰਗ ਦੇ ਨਾਲ ਲਿਆਵੇਂਗਾ। ਤੇ ਜਿਹੜਾ ਤੇਰੇ ਕੋਲ ਹੁਣ ਰੁਤਬਾ ਹੈ, ਹੁਣ ਜਿਹੜਾ ਤੇਰੇ ਕੋਲ ਅਹੁਦਾ ਹੈ। ਤੇ ਬਾਦਸ਼ਾਹ ਨੇ ਆਖਿਆ, ਕਹਿਣ ਲੱਗੇ, ਹੇ ਲੱਲਾ ਬੇਗ, ਅਹੁਦੇ ਤੋਂ 4 ਗੁਣਾ ਵੱਧ ਹੋਰ ਵੱਡਾ ਜਿਹੜਾ ਅਹੁਦਾ ਹੈ ਤੈਨੂੰ ਦੇ ਦਿੱਤਾ ਜਾਏਗਾ। ਹੋਰ ਵੱਡਾ ਅਹੁਦਾ ਜੋ ਤੂੰ ਕਵੇਂਗਾ ਉਹੀ ਬਖਸ਼ਿਸ਼ ਪ੍ਰਾਪਤ ਹੋਵੇਗੀ। ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਚੜ੍ਹ ਕੇ
ਤੇ ਉਹ ਜਿਹੜੇ ਸਾਡੇ 2 ਘੋੜੇ ਹਨ ਉਹ ਲੈ ਕਰਕੇ ਕਿਤੇ ਜੰਗ ਦੇ ਮੈਦਾਨ ਨੂੰ ਛੱਡ ਨਾ ਜਾਣ। ਪਰਵ ਅਚਾਨਕ ਰਣ ਕਰ ਘੋਰੇ। ਤੇ ਕਹਿਣ ਲੱਗੇ ਫਿਰ ਅਚਾਨਕ ਇੱਕ ਵੱਡਾ ਹਮਲਾ ਸੈਨਾ ਤਿਆਰ ਬਰ ਤਿਆਰ ਰੱਖ ਕੇ ਜੇ ਕੋਸ਼ਿਸ਼ ਕਰਨ ਵੀ ਉਹਨਾਂ ਨੂੰ ਪਕੜ ਲੈਣਾ ਹੈ। ਸੁਣ ਕਰ ਬੋਲਤ ਭਾ ਬੜ ਮਾਨੀ। ਤੇ ਕਹਿਣ ਲੱਗੇ ਉਸ ਵੇਲੇ ਫਿਰ ਇੱਕ ਸੁਣ ਕਰ ਬੋਲਤ ਭਾ ਬੜ ਮਾਨੀ, ਜਿਹੜਾ ਮਨ ਦੇ ਵਿੱਚ ਬਹੁਤ ਹੰਕਾਰ ਦੇ ਨਾਲ ਭਰਿਆ ਹੋਇਆ ਸੀਗਾ ਲੱਲਾ ਬੇਗ, ਬਾਦਸ਼ਾਹ ਦੀਆਂ ਗੱਲਾਂ ਸੁਣ ਕੇ ਬੋਲਿਆ ਹੈ। ਕਹਿਣ ਲੱਗਿਆ ਹੈ ਬਾਦਸ਼ਾਹ, ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਦਲ ਦੇ ਸਾਹਮਣੇ ਕੀ ਸ਼ਕਤੀ ਰੱਖਦੇ ਹਨ, ਕਿਵੇਂ ਮੇਰਾ ਮੁਕਾਬਲਾ ਕਰ ਸਕਦੇ ਹਨ। ਸੁਣ ਕਰ ਬੋਲਤ ਭਾ ਬੜ ਮਾਨੀ, ਕਹਾਂ ਗੁਰੂ ਮਮ ਹੈ ਮਮ ਅਗਵਾਨੀ। ਮੇਰੇ ਸਾਹਮਣੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਿਵੇਂ ਟਿਕਣਗੇ, ਕਿੰਨਾ ਕੁ ਸਮਾਂ ਰਹਿਣਗੇ। ਇੱਕ ਵਾਰ ਤੇ ਘੇਰਨ ਪਾਵਾਂ। ਜੇ ਕਿਤੇ ਇੱਕ ਵਾਰ ਵੀ ਮੈਂ ਛੇਵੇਂ ਪਾਤਸ਼ਾਹ ਜੀ ਨੂੰ ਤੱਕ ਲਿਆ ਜਾਂ ਕਿਤੇ ਸਤਿਗੁਰੂ ਜੀ ਮੇਰੇ ਸਾਹਮਣੇ ਆ ਜਾਣਗੇ ਤੇ ਮੈਂ ਕੋਸ਼ਿਸ਼ ਕਰਕੇ ਤੇ ਜਿਉਂਦਿਆਂ ਹੋਇਆਂ ਹੀ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਉਂਦਿਆਂ ਪਕੜ ਲਿਆਵਾਂਗਾ। ਤੇ ਕਹਿਣ ਲੱਗੇ ਨੱਤ ਘਾਵੋ, ਮੈਂ ਉਹਨਾਂ ਨੂੰ ਜ਼ਖਮੀ ਨਹੀਂ ਕਰਾਂਗਾ, ਉਹਨਾਂ ਨੂੰ ਖਤਮ ਨਹੀਂ ਕਰਾਂਗਾ, ਇਸੇ ਤਰ੍ਹਾਂ ਲਿਆ ਕੇ ਤੁਹਾਡੇ ਸਾਹਮਣੇ ਖਲਿਆਰ ਦੇਵਾਂਗਾ। ਔਰ ਉਸ ਵੇਲੇ ਲੱਲਾ ਬੇਗ ਦਾ ਇੱਕ ਭਰਾ ਉਸੇ ਦਰਬਾਰ ਦੇ ਵਿੱਚ ਬਾਦਸ਼ਾਹ ਦੇ ਸਾਹਮਣੇ ਖੜਾ ਹੈ। ਤੇ ਬਾਦਸ਼ਾਹ ਦੀ ਜਿਹੜੀ ਦ੍ਰਿਸ਼ਟੀ ਹੈ, ਬਾਦਸ਼ਾਹ ਦੀ ਜਿਹੜੀ ਨਿਗਾਹ ਹੈ ਲੱਲਾ ਬੇਗ ਦੇ ਭਰਾ ਤੇ ਵੀ ਪਈ ਹੈ। ਇਹ ਵੀ ਬੜਾ ਬਲੀ ਹੈ ਤੇ ਇਹਦਾ ਨਾਮ ਉਸ ਵੇਲੇ ਇਤਿਹਾਸ ਦੇ ਵਿੱਚ ਨੇ ਕਿਹਾ ਹੈ। ਕਹਿਣ ਲੱਗੇ ਭਾਈ ਇਹਨੂੰ ਵੀ ਨਾਲ ਲੈ ਜਾਵੋ। ਤੇ ਬਾਦਸ਼ਾਹ ਨੇ ਉਹਨੂੰ ਵੀ ਤਿਆਰ ਕਰ ਦਿੱਤਾ ਤੇ ਬਹੁਤ ਕੁਛ ਉਹਨੂੰ ਵੀ ਬਖਸ਼ਿਆ, ਜਿਸ ਤਰ੍ਹਾਂ ਘੋੜਾ, ਸੋਨਾ ਤੇ ਕੀਮਤੀ ਸ਼ਸਤਰ ਲੱਲਾ ਬੇਗ ਨੂੰ ਦਿੱਤੇ ਹਨ, ਇਹਦੇ ਭਰਾ ਨੂੰ ਵੀ ਕੁਝ ਕੀਮਤੀ ਚੀਜ਼ਾਂ ਦਿੱਤੀਆਂ ਹਨ। ਤੇ ਲੱਲਾ ਬੇਗ ਤੇ ਸਹਿਬ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਵੱਲ ਉਸ ਵੇਲੇ ਬਾਦਸ਼ਾਹ ਸ਼ਾਹਜਹਾਨ ਨੇ ਇਹਦੇ ਪੁੱਤਰਾਂ ਵੱਲ, ਲੱਲਾ ਬੇਗ ਦੇ ਪੁੱਤਰਾਂ ਵੱਲ ਦੇਖਿਆ ਤੇ ਕਹਿਣ ਲੱਗਾ ਕਿ ਭਾਈ ਇਹਨਾਂ ਨੂੰ ਵੀ ਨਾਲ ਹੀ ਲੈ ਜਾਵੋ। ਤੇ ਇੱਕ ਉਸ ਵੇਲੇ ਕਾਸ਼ਮ ਬੇਗ ਤੇ ਇੱਕ ਸ਼ਮਸ਼ਾ ਬੇਗ, ਇਹ 2 ਪੁੱਤਰਾਂ ਦੇ ਨਾਮ ਸਨ। ਤੇ ਉਸ ਵੇਲੇ ਬਾਦਸ਼ਾਹ ਨੇ ਹੁਕਮ ਕੀਤਾ ਹੈ ਕਿ ਭਾਈ ਤੁਸੀਂ ਵੀ ਆਪਣੇ ਪਿਤਾ ਦੇ ਨਾਲ ਤੇ ਤੁਸੀਂ ਵੀ ਜੰਗ ਦੇ ਮੈਦਾਨ ਦੇ ਵਿੱਚ ਤਿਆਰੀ ਕਰਕੇ ਸਾਥ ਦੇਵੋ ਤੇ ਨਾਲ ਚੱਲੋ ਜੀ। ਔਰ ਇੱਕ ਲੱਲਾ ਬੇਗ ਦੀ ਜਿਹੜੀ ਭੈਣ ਹੈ ਉਹਦਾ ਪੁੱਤਰ ਵੀ ਬਹੁਤ ਵੱਡਾ ਜਰਨੈਲ ਕੋਲ ਖੜਾ ਹੈ। ਤੇ ਜਿਹੜਾ ਉਸ ਵੇਲੇ ਸਰੀਰ ਕਰਕੇ ਬਹੁਤ ਬਲੀ ਹੈ, ਬਹੁਤ ਵੱਡਾ ਹੈ। ਜਿਸ ਤਰ੍ਹਾਂ ਸਰੀਰ ਕਰਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਿੰਨੇ ਵੀ ਜਰਨੈਲ ਰਹਿੰਦੇ ਸਨ, ਉਹਨਾਂ ਜਰਨੈਲਾਂ ਦੇ ਵਿੱਚ ਜਿਹੜਾ ਉਸ ਵੇਲੇ ਪੈਂਦੇ ਖਾਂ ਹੈ, ਉਹਦਾ ਜ਼ੋਰ, ਉਹਦਾ ਬਲ, ਉਹਦਾ ਸਰੀਰ ਮਜ਼ਬੂਤ ਤੇ ਵੱਡਾ ਸੀਗਾ। ਇਸੇ ਤਰ੍ਹਾਂ ਜਿਹੜਾ ਲੱਲਾ ਬੇਗ ਹੈ, ਇਹਦੀ ਭੈਣ ਦਾ ਜਿਹੜਾ ਪੁੱਤਰ ਹੈ, ਇਹਦਾ ਵੀ ਬਹੁਤ ਵੱਡਾ ਜਿਹੜਾ ਸਰੀਰ ਸ਼ਕਤੀਸ਼ਾਲੀ ਗਿਣਿਆ ਜਾਂਦਾ ਸੀਗਾ। ਤੇ ਕਹਿਣ ਲੱਗੇ ਕਿ ਸਾਬਤ ਬੱਕਰਾ ਜਿਹੜਾ ਹੈ ਕਈ ਵਾਰ ਇਹ ਖਾ ਜਾਂਦਾ ਹੈ, ਇਤਨੀ ਤਗੜੀ ਇਹਦੀ ਦੇਹੀ ਹੈ, ਏਡਾ ਵੱਡਾ ਇਹਦਾ ਸਰੀਰ ਹੈ। ਤੇ ਬਹੁਤ ਜ਼ਿਆਦਾ ਅੰਨ ਖਾ ਕਰਕੇ ਤੇ ਫਿਰ ਇਹ ਤ੍ਰਿਪਤ ਹੁੰਦਾ ਹੈ, ਬਹੁਤ ਵੱਡੀ ਇਹਦੀ ਖੁਰਾਕ ਹੈ। ਤੇ ਜਿੱਥੇ ਇਹਦਾ ਬਾਕੀ ਸਰੀਰ ਬਹੁਤ ਮਜ਼ਬੂਤ ਤਗੜਾ ਹੈ
ਤੇ ਕਵੀ ਜੀ ਲਿਖਦੇ ਹਨ, ਕਹਿਣ ਲੱਗੇ ਸਰੀਰ ਦੀ ਬਣਤਰ ਲੱਗ ਘਟਕਾ ਸਮ ਸਿਰ ਜਿਸ ਕੀਰਾ। ਛੋਟੇ ਘੜੇ ਦੀ ਤਰ੍ਹਾਂ, ਜਿਸ ਤਰ੍ਹਾਂ ਛੋਟਾ ਘੜਾ ਹੈ ਉਸ ਤਰ੍ਹਾਂ ਦਾ ਇਹਦਾ ਬਹੁਤ ਵੱਡਾ ਸਿਰ ਹੈ, ਬਹੁਤ ਬੜਾ ਬਲੀ ਬਲਵਾਨ ਇਹ ਯੋਧਾ ਕਿਹਾ ਜਾਂਦਾ ਸੀਗਾ। ਤੇ ਉੱਥੇ ਜਿੰਨੇ ਵੀ ਹੋਰ ਯੋਧੇ ਸਨ ਉਹਨਾਂ ਦੇ ਵਿੱਚੋਂ ਸਭ ਤੋਂ ਭਾਰਾ ਤੇ ਸਭ ਤੋਂ ਵੱਡਾ ਬਲੀ ਇਹ ਸੂਰਮਾ ਗਿਣਿਆ ਜਾਂਦਾ ਸੀਗਾ। ਤੇ ਇਹ ਵੀ ਇਹਦੇ ਬਾਰੇ ਵੀ ਜ਼ਿਕਰ ਕੀਤਾ ਹੈ ਕਵੀ ਜੀ ਨੇ, ਕਹਿਣ ਲੱਗੇ ਇਹਦਾ ਵੀ ਸਰੀਰ ਇਤਨਾ ਪੈਂਦੇ ਖਾਨ ਦੀ ਤਰ੍ਹਾਂ ਹੀ ਮਜ਼ਬੂਤ ਹੈ। ਇਹ ਵੀ ਹੱਥ ਦੇ ਵਿੱਚ ਮੋਹਰ ਲੈ ਕਰਕੇ ਤੇ ਉਹਦੇ ਅੱਖਰ ਬੁਝਾ ਦਿੰਦਾ ਹੈ, ਉੱਤੋਂ ਮਿਟਾ ਦਿੰਦਾ ਹੈ, ਇਤਨਾ ਇਹ ਬਲੀ ਹੈ। ਤੇ ਢਾਲ ਨੂੰ, ਮਜ਼ਬੂਤ ਢਾਲ ਨੂੰ ਪਕੜ ਕੇ ਦੋਵਾਂ ਹੱਥਾਂ ਦੇ ਨਾਲ ਤੇ ਆਪਸ ਦੇ ਵਿੱਚ ਮਿਲਾ ਕੇ ਇਸੇ ਤਰ੍ਹਾਂ ਤੈਅ ਕਰ ਦਿੰਦਾ ਹੈ। ਇਤਨਾ ਵੱਡਾ ਬਲੀ, ਇਹਦੀਆਂ ਬਾਹਾਂ ਦੇ ਵਿੱਚ ਭੁਜਾ ਦੇ ਵਿੱਚ ਇੰਨਾ ਜ਼ੋਰ ਹੈ। ਕਹਿਣ ਲੱਗੇ ਇੰਨਾ ਵੱਡਾ ਜਿਸ ਯੋਧੇ ਦੇ ਵਿੱਚ ਬਲ ਹੈ, ਬਾਦਸ਼ਾਹ ਨੇ ਇਹਦੇ ਵੱਲ ਵੀ ਦੇਖਿਆ ਹੈ। ਤੇ ਬਾਦਸ਼ਾਹ ਨੇ ਇਹਨੂੰ ਦੇਖ ਕੇ ਤੇ ਲੱਲਾ ਬੇਗ ਦਾ ਜਿਹੜਾ ਵੱਡਾ ਦਲ ਹੈ ਉਹਦੇ ਵਿੱਚ ਜਾਣ ਵਾਸਤੇ ਮਨ ਬਣਾਇਆ ਹੈ। ਕਹਿਣ ਲੱਗੇ ਕਿ ਭਾਈ ਤੁਸੀਂ ਵੀ ਆਪਣੇ ਮਾਮੇ ਦੇ ਨਾਲ ਹੀ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਸਤਿਗੁਰਾਂ ਦਾ ਮੁਕਾਬਲਾ ਕਰੋ। ਤੇ ਜਿੰਨਾ ਵੱਡਾ ਤੁਹਾਡਾ ਸਰੀਰ ਹੈ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਬਹੁਤ ਬਲੀ ਤੇ ਮਹਾਨ ਕਿਹਾ ਜਾਂਦਾ ਹੈ। ਉਹਨਾਂ ਦੀ ਵੀ ਬਹੁਤ ਵੱਡੀ ਸਿਫਤ ਹੈ। ਤੇ ਇਸ ਯੋਧੇ ਨੂੰ ਦੇਖ ਕੇ ਬਾਦਸ਼ਾਹ ਕਹਿਣ ਲੱਗਿਆ ਕਿ ਭਾਈ ਸਰੀਰ ਕਰਕੇ ਤਾਂ ਤੇਰਾ ਵੀ ਕੋਈ ਮੁਕਾਬਲਾ ਨਹੀਂ ਹੈ, ਤੂੰ ਵੀ ਬੜਾ ਵੱਡਾ ਮਹਾਨ ਯੋਧਾ ਹੈ। ਡੀਲ ਦਰਾਜ ਗੁਰੂ ਗਹਿ ਮਾਰੋ। ਇਸ ਵੱਡੇ ਸਰੀਰ ਦੇ ਜ਼ੋਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਜਾ ਕਰਕੇ ਗੁਰੂ ਗਹਿ ਸਤਿਗੁਰਾਂ ਨੂੰ ਪਕੜ ਲਵੋ ਤੇ ਜੇ ਨਾ ਕੋਈ ਚਾਰਾ ਚੱਲਿਆ ਤੇ ਜੰਗ ਦੇ ਮੈਦਾਨ ਦੇ ਵਿੱਚ ਖਤਮ ਕਰ ਦੇਵੋ ਜੀ। ਔਰ ਇੱਕ ਬਹੁਤ ਤਗੜੀ ਕਠੋਰ ਆਮ ਕਮਾਨਾਂ ਦੇ ਨਾਲੋਂ ਵੱਡੀ ਜਿਹੜੀ ਕਮਾਨ ਹੈ ਤੀਰ ਚਲਾਉਣ ਵਾਲੀ, ਉਹ ਮੰਗਵਾਈ ਗਈ ਹੈ। ਤੇ 2 ਪੱਥੇ ਵੱਡੇ ਤੀਰਾਂ ਵਾਲੇ ਬਾਦਸ਼ਾਹ ਨੇ ਆਪ ਕਹਿ ਕਰਕੇ ਯੋਧਿਆਂ ਦੇ ਕੋਲੋਂ ਭਰ ਕੇ ਪੱਥੇ ਤੇ ਕੋਲ ਮੰਗਵਾਏ ਹਨ। ਔਰ ਇਹਨੂੰ ਵੀ ਖੁਸ਼ ਕੀਤਾ ਗਿਆ, ਬਹੁਤ ਕੀਮਤੀ ਰਤਨ ਤੇ ਸੋਹਣੇ ਜਿਹੜੇ ਬਸਤਰ ਤੇ ਕੁਝ ਸ਼ਸਤਰ ਇਹਨੂੰ ਵੀ ਦਿੱਤੇ ਹਨ। ਤੇ ਬਾਦਸ਼ਾਹ ਨੇ ਇਹਨੂੰ ਤਿਆਰ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਤੇ ਖੁਸ਼ ਹੋਏ ਹਨ ਬਾਦਸ਼ਾਹ ਕਿ ਇਹ ਜਿਹੜਾ ਸੂਰਮਾ ਹੈ ਇਹ ਸਤਿਗੁਰਾਂ ਦੇ ਜਦੋਂ ਸਾਹਮਣੇ ਜਾਏਗਾ ਤੇ ਫਿਰ ਜੰਗ ਦਾ ਜਿਹੜਾ ਰਿਜ਼ਲਟ ਹੈ, ਜੰਗ ਦਾ ਜਿਹੜਾ ਨਤੀਜਾ ਉਹ ਕੁਛ ਹੋਰ ਹੋਏਗਾ। ਬਲੀ ਦਾ ਜਦੋਂ ਬਲੀ ਦੇ ਨਾਲ ਟਾਕਰਾ ਹੋਏਗਾ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ ਯੋਧੇ ਕਹੇ ਜਾਂਦੇ ਹਨ। ਕਹਿਣ ਲੱਗੇ ਇਹ ਸਾਹਮਣੇ ਜਾਏਗਾ ਤੇ ਜੰਗ ਦਾ ਜਿਹੜਾ ਰੋਗ ਹੈ ਉਹ ਪਲਟ ਦੇਵੇਗਾ। ਇਹ 5 ਜਿਹੜੇ ਸਨ ਇਹਨਾਂ ਨੂੰ ਤਿਆਰ ਕੀਤਾ ਗਿਆ, ਲੱਲਾ ਬੇਗ ਤੇ ਲੱਲਾ ਬੇਗ ਦਾ ਭਰਾ, 2 ਪੁੱਤਰ ਤੇ ਇੱਕ ਭੂਆ ਦਾ ਪੁੱਤਰ। ਇਹ 5 ਜਿਹੜੇ ਸਨ ਇਹਨਾਂ ਨੂੰ ਤਿਆਰ ਕੀਤਾ ਹੈ। ਤੇ ਬਹੁਤ ਵੱਡਾ ਲਸ਼ਕਰ ਇਹਨਾਂ ਦੇ ਨਾਲ ਤੋਰਿਆ ਹੈ। ਔਰ ਇਹਨਾਂ ਦੇ ਨਾਲ ਸੁਭੱਟ ਸਹੰਸਰ 5 38 35 ਕਹਿਣ ਤੋਂ ਭਾਵ 35,000 ਜਿਹੜਾ ਸੂਰਮਾ ਬਾਦਸ਼ਾਹ ਨੇ ਤਿਆਰ ਕੀਤਾ ਹੈ। ਤੇ ਕਹਿਣ ਲੱਗੇ ਕਿ ਹੁਣ ਬਾਦਸ਼ਾਹ ਨੇ ਕਿਹਾ ਹੈ, ਕਹਿਣ ਲੱਗੇ ਕਰੇ ਸੰਗ ਕਹਿ ਤੁਰਕਨ ਈਸ਼, ਕਿ ਹੁਣ ਏਡੀ ਵੱਡੀ ਜਿਹੜੀ ਸੈਨਾ ਹੈ ਇਹ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਜਾਏਗੀ ਤੇ ਜਾ ਕੇ ਜਿੱਤ ਪ੍ਰਾਪਤ ਕਰੇਗੀ। ਲੱਲਾ ਬੇਗ ਇਤਨੀ ਵੱਡੀ ਸੈਨਾ ਲੈ ਕੇ ਬਹੁਤ ਪ੍ਰਸੰਨ ਹੋਇਆ ਹੈ। ਤੇ ਵੱਡਾ ਇੱਕ ਦਲ ਲੈ ਕਰਕੇ ਕਿਲੇ ਦੇ ਵਿੱਚੋਂ, ਮਹਿਲਾਂ ਦੇ ਵਿੱਚੋਂ ਇਹ ਜਿਹੜਾ ਮਹਾਨ ਜਰਨੈਲ ਲੱਲਾ ਬੇਗ
ਬੜੇ ਘਮੰਡ ਦੇ ਵਿੱਚ, ਹੰਕਾਰ ਦੇ ਵਿੱਚ ਬਾਹਰ ਨਿਕਲਿਆ ਹੈ। ਤੇ ਉਸ ਵੇਲੇ ਤੜਕੇ ਦੇ ਸੁਬਾਹ ਦੇ ਬਹੁਤ ਵੱਡੇ ਨਗਾਰੇ ਡੰਕੇ ਵੱਜ ਰਹੇ ਸਨ ਕਿ ਬਾਦਸ਼ਾਹ ਚੜ੍ਹਾਈ ਕਰਕੇ ਜਾ ਰਿਹਾ ਹੈ। ਜਦੋਂ ਬਾਦਸ਼ਾਹ ਦਾ ਸਵਾਰਾ ਜਾਂਦਾ ਸੀਗਾ ਤੇ ਲਾਹੌਰ ਸ਼ਹਿਰ ਦੇ ਲੋਕ ਸਹਿਜ ਸੁਭਾਵਕ ਬਾਹਰ ਨਿਕਲ ਆਉਂਦੇ ਸਨ ਕਿ ਬਾਦਸ਼ਾਹ ਚੱਲਿਆ ਦੇਖਣ ਵਾਸਤੇ। ਪਰ ਜੰਗ ਦੇ ਮੈਦਾਨ ਦੇ ਜਾਣ ਵਾਸਤੇ ਵੱਡੀ ਸੈਨਾ ਜਾ ਰਹੀ ਹੈ। ਲੱਖਾਂ ਦੀ ਗਿਣਤੀ ਵਿੱਚ ਲੋਕ ਰਸਤਿਆਂ ਤੇ ਬਾਹਰ ਨਿਕਲ ਕੇ ਖੜੇ ਸਨ। ਤੇ ਆਪਸ ਦੇ ਵਿੱਚ ਗੱਲਾਂ ਕਰ ਰਹੇ ਸਨ ਕਿ ਲੱਲਾ ਬੇਗ ਜਿਹੜਾ ਯੋਧਾ ਹੈ ਉਹ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਹਿਲਾਂ ਤਾਂ ਕਿਹਾ ਜਾਂਦਾ ਸੀ ਬਾਦਸ਼ਾਹ ਚੱਲਿਆ ਹੈ, ਪਰ ਹੁਣ ਬਾਦਸ਼ਾਹ ਦਾ ਜਿਹੜਾ ਜਰਨੈਲ ਉਹ ਵੱਡਾ ਦਲ ਲੈ ਕੇ ਚੜ੍ਹਾਈ ਕਰਨ ਲੱਗਿਆ ਹੈ। ਤੇ ਕਹਿਣ ਲੱਗੇ ਪਿਛਲੇ ਕੁਝ ਕੁ ਸਮੇਂ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾਦਸ਼ਾਹ ਦੇ ਨਾਲ, ਬਾਦਸ਼ਾਹ ਦਾ ਗੁਰੂ ਹਰਗੋਬਿੰਦ ਸਾਹਿਬ ਨਾਲ ਵੱਡਾ ਜਿਹੜਾ ਟਾਕਰਾ ਪਹਿਲਾਂ ਵੀ ਹੋਇਆ ਹੈ ਤੇ ਪਿਛਲੇ ਸਮੇਂ ਤੋਂ ਬਹੁਤ ਵੱਡਾ ਵਿਰੋਧ ਹੋ ਰਿਹਾ ਸੀਗਾ। ਤੇ ਉਸ ਵੇਲੇ ਵੱਡਾ ਜਿਹੜਾ ਨਗਾਰਾ ਦਿੱਤਾ ਹੋਇਆ ਲੱਲਾ ਬੇਗ ਨੂੰ ਬਾਦਸ਼ਾਹ ਵੱਲੋਂ ਉਹ ਖੜਕਿਆ ਵੱਜਿਆ ਹੈ। ਤੇ ਝਾਟੀ ਜਿਹੜਾ ਬਹੁਤ ਵੱਡਾ ਦਲ ਹੈ 35,000 ਦਾ, ਸਾਰੇ ਝੱਟ ਤਿਆਰ ਹੋ ਗਏ ਹਨ। ਤੇ ਨਗਾਰੇ ਤੇ ਜਦੋਂ ਚੋਟ ਪਈ ਹੈ, ਸੱਟ ਵੱਜੀ ਹੈ, ਤੇ ਸੂਰਮਿਆਂ ਨੇ ਆਪਣੇ ਆਪਣੇ ਘੋੜਿਆਂ ਦੇ ਉੱਪਰ ਕਾਠੀਆਂ ਕੱਸ ਲਈਆਂ ਹਨ। ਤੇ ਬਸਤਰ ਸ਼ਸਤਰ ਆਪਣੇ ਸਰੀਰ ਤੇ ਸੁੰਦਰ ਢੰਗ ਦੇ ਨਾਲ ਕੱਸ ਕੇ ਬੰਨ੍ਹ ਲਏ ਹਨ, ਸਜਾ ਲਏ ਹਨ। ਤੇ ਕਹਿਣ ਲੱਗੇ ਕਿ ਹੁਣ ਬਾਦਸ਼ਾਹ ਸੋਚਦਾ ਹੈ ਕਿ ਹੁਣ ਚੰਗਾ ਹੈ, ਬਹੁਤ ਵੱਡਾ ਜਿਹੜਾ ਦਲ ਹੈ ਉਹ ਚੱਲਿਆ ਹੈ। ਤੇ ਬਾਦਸ਼ਾਹ ਨੇ ਬੜਾ ਇਹਨਾਂ ਨੂੰ ਸਮਝਾਇਆ ਹੈ। ਤੇ ਤੁਰਨ ਤੋਂ ਪਹਿਲਾਂ ਇੱਕ ਪੁਰਸ਼ ਭੇਜ ਕੇ ਬਾਦਸ਼ਾਹ ਨੇ ਤੇ ਲੱਲਾ ਬੇਗ ਨੂੰ ਕੁਝ ਕੁ ਹੁਕਮ ਹੋਰ ਕੀਤੇ ਹਨ। ਕਹਿਣ ਲੱਗੇ ਹੇ ਲੱਲਾ ਬੇਗ, ਰਸਤੇ ਦੇ ਵਿੱਚ ਜ਼ਿਆਦਾ ਸਮਾਂ ਠਹਿਰਾ ਨਹੀਂ ਕਰਨਾ, ਉਤਾਰਾ ਨਹੀਂ ਕਰਨਾ, ਲਗਾਤਾਰ ਚੱਲਦੇ ਜਾਣਾ ਹੈ। ਬਹੁਤਾ ਸਮਾਂ ਰਸਤੇ ਦੇ ਵਿੱਚ ਟਿਕਣ ਦੀ ਕੋਸ਼ਿਸ਼ ਨਹੀਂ ਕਰਨੀ ਹੈ। ਤੇ ਕਾਲੀ ਦੇ ਨਾਲ ਛੇਤੀ ਜਾ ਕਰਕੇ ਤੇ ਅਚਾਨਕ ਜਿੱਥੇ ਵੀ ਪਾਤਸ਼ਾਹ ਜੀ ਹੋਣ ਇੱਕ ਸੂਈਆ ਭੇਜ ਕੇ ਖਬਰ ਲੈ ਕੇ ਘੇਰਾ ਪਾ ਕੇ ਤੇ ਵੱਡਾ ਹਮਲਾ ਕਰ ਦੇਵੋ। ਕਿਤੇ ਸਤਿਗੁਰੂ ਜੀ ਘੋੜੇ ਲੈ ਕੇ ਇੱਧਰ ਉੱਧਰ ਨਾ ਚਲੇ ਜਾਣ ਤੇ ਲੰਮਾ ਸਮਾਂ ਰਸਤੇ ਦੇ ਵਿੱਚ ਨਹੀਂ ਰੁਕਣਾ, ਲਗਾਤਾਰ ਵੱਧਦੇ ਜਾਣਾ ਹੈ ਤੇ ਉੱਪਰ ਹਮਲਾ ਕਰ ਦੇਣਾ ਹੈ। ਲੱਲਾ ਬੇਗ ਚੱਲਿਆ ਹੈ। ਇੱਕ ਪੁਰਸ਼ ਨੇ ਆ ਕੇ ਇਹ ਸਲਾਹ ਦਿੱਤੀ ਹੈ। ਤੇ ਹੁਣ ਇਹ ਜਿਹੜਾ 35,000 ਦਾ ਦਲ ਚੱਲ ਕੇ ਕਿਵੇਂ ਸਤਿਗੁਰਾਂ ਦੇ ਨਾਲ ਟਾਕਰਾ ਕਰੇਗਾ, ਅਗਲੇ ਦੀਵਾਨਾਂ ਦੇ ਵਿੱਚ ਆਪਾਂ ਇਤਿਹਾਸ ਸਰਵਣ ਕਰਾਂਗੇ। ਸਮਾਂ ਸਮਾਪਤ ਹੈ। ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ। ਆਪਾਂ ਗਰੀਬ ਨਿਵਾਜ ਸਤਿਗੁਰਾਂ ਦਾ ਜੀਵਨ ਇਤਿਹਾਸ ਕਈ ਵਾਰ ਸਰਵਣ ਕਰਦੇ ਹਾਂ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਾਹੂ ਪਰਉਪਕਾਰੀ। ਵੱਡੀ ਤੋਂ ਵੱਡੀ ਜਿਹੜੀ ਸੈਨਾ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਆਈ, ਭਾਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਈ, ਛੋਟੀ ਜੀ ਸੈਨਾ ਦੇ ਨਾਲ ਵੱਡਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰਨੀ, ਇਹ ਗਰੀਬ ਨਿਵਾਜ ਸਤਿਗੁਰਾਂ ਦੇ ਜੀਵਨ ਦਾ ਜਿਹੜਾ ਵੀਰ ਰਸ ਹੈ ਉਹਦਾ ਸਿਖਰ ਹੈ। ਸਤਿਗੁਰਾਂ ਦਾ ਕੋਈ ਮੁਕਾਬਲਾ ਨਹੀਂ ਹੈ। ਅਗਲੇ ਦੀਵਾਨਾਂ ਦੇ ਵਿੱਚ ਆਪਾਂ ਇਹ ਪ੍ਰਸੰਗ ਇਤਿਹਾਸ ਸਰਵਣ ਕਰਾਂਗੇ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਧੰਨਵਾਦ ਜੀ। ਆਓ ਕੁਝ ਕੁ ਸਮਾਂ ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਰਬੱਤ ਦੇ ਭਲੇ ਵਾਸਤੇ, ਚੜ੍ਹਦੀ ਕਲਾ ਵਾਸਤੇ, ਤੰਦਰੁਸਤੀ ਵਾਸਤੇ ਆਓ ਸਿਮਰਨ ਦੇ ਵਿੱਚ ਅਦਬ ਸਹਿਤ ਹਾਜ਼ਰੀ ਭਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ ਏ ਗੋਬਿੰਦ ਏ ਦਇਆਲ ਲਾਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਤਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।